ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਵਿੱਚ। ਸਭ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ ਉਹ ਹੈ ਕਿ ਜੋ ਰੱਬ ਦਾ ਹੁਕਮ ਹੈ ਉਹ ਸਾਰੇ ਸੁੱਖਾਂ ਦਾ ਮੂਲ ਹੈ, ਸਾਰੇ ਸੁੱਖਾਂ ਦੀ ਮਣੀ ਹੈ। ਯਾਨੀ ਜੋ ਰੱਬੀ ਹੁਕਮ ਦੇ ਅੰਦਰ ਤੁਰਦਾ ਹੈ ਉਹਦੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਆ ਜਾਂਦੀ ਹੈ। ਤੇ ਰੱਬ ਦਾ ਭਗਤ ਉਹ ਹੈ ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ। ਯਾਨੀ ਰੱਬ ਦੀ ਰਜ਼ਾ ਦੇ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ ਔਰ ਰੱਬ ਦੀ ਰਜ਼ਾ ਔਰ ਭਾਣਾ ਹੀ ਸਾਰੇ ਸੁੱਖਾਂ ਦਾ ਮੂਲ ਹੈ। ਕੱਲ ਤੱਕ ਅਸਾਂ ਵਿਚਾਰ ਕੀਤੀ ਸੀ ਕਿ ਪੰਡਿਤ ਕੌਣ ਹੈ, ਭਗਉਤੀ ਕੌਣ ਹੈ ਔਰ ਅੱਗੇ ਅੱਜ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜੀਵਨ ਮੁਕਤ ਮਨੁੱਖ ਕੌਣ ਹੈ। ਕਿਉਂਕਿ ਗੁਰਮਤਿ ਨੇ ਜੀਵਨ ਮੁਕਤੀ ਦੀ ਦਾਤ, ਜੀਵਨ ਮੁਕਤੀ ਦਾ ਸਿਧਾਂਤ ਸੰਸਾਰ ਦੀ ਝੋਲੀ ਵਿੱਚ ਪਾਇਆ। ਮਰਨ ਤੋਂ ਬਾਅਦ ਮੁਕਤੀ ਨਹੀਂ ਹੁੰਦੀ, ਮੁਕਤੀ ਜਿਉਂਦਿਆਂ ਹੁੰਦੀ ਹੈ। ਭਗਤ ਬੇਣੀ ਜੀ ਦਾ ਪਾਵਨ ਬਚਨ ਹੈ, ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਇਹ ਭਗਤ ਜਨੋ ਸਰਵਣ ਕਰੋ, ਮਰਨ ਤੋਂ ਬਾਅਦ ਮੁਕਤੀ ਕਿੰਨੇ ਪਾਈ ਹੈ, ਭਾਵ ਕਿਸੇ ਨੇ ਨਹੀਂ ਪਾਈ। ਤਾਂ ਜੀਵਨ ਮੁਕਤੀ ਹੈ ਔਰ ਮੁਕਤੀ ਦੀ ਜੋ ਡੈਫੀਨੇਸ਼ਨ ਹੈ ਗੁਰਬਾਣੀ ਤੋਂ ਜੋ ਮਿਲਦੀ ਹੈ ਉਹ ਆਪ ਨੂੰ ਹੋਰ ਕਿਤੋਂ ਨਹੀਂ ਮਿਲੇਗੀ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬੜੇ ਸੌਖੇ ਢੰਗ ਦੇ ਨਾਲ ਮੁਕਤੀ ਬਾਰੇ ਸਾਨੂੰ ਸਮਝਾਇਆ ਹੈ। ਉਸਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਕਿ ਜੋ ਕਿਸੇ ਦੀ ਝੂਠੀ ਬਦਖੋਈ ਨਹੀਂ ਕਰਦਾ, ਜੋ ਕਿਸੇ ਦੀ ਝੂਠੀ ਚਾਪਲੂਸੀ ਉਸਤਤ ਨਹੀਂ ਕਰਦਾ, ਜੋ ਬੇਗਾਨੇ ਹੱਕ ਨਹੀਂ ਖਾਂਦਾ, ਉਹ ਇਨਸਾਨ ਮੁਕਤ ਹੈ। ਤਾਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੇ। ਹਿਤਾਵੇ ਦਾ ਮਤਲਬ ਪਿਆਰੀ ਲੱਗਦੀ ਹੈ, ਹਿੱਤ ਵਾਲੀ ਜਾਣੇ ਕਿ ਇਹ ਮੇਰੇ ਭਲੇ ਵਿੱਚ ਹੈ। ਹਿਤਾਵੇ ਦਾ ਮਤਲਬ ਪਿਆਰੀ ਲੱਗੇ ਕਿ ਜੋ ਪ੍ਰਭੂ ਦੀ ਆਗਿਆ ਹੈ, ਜੋ ਪ੍ਰਭੂ ਦੀ ਰਜ਼ਾ ਹੈ, ਪ੍ਰਭੂ ਦਾ ਹੁਕਮ ਹੈ, ਇਹੀ ਮੇਰੇ ਭਲੇ ਵਿੱਚ ਹੈ, ਇਹੀ ਮੇਰੇ ਸੁਖ ਵਿੱਚ ਹੈ, ਇਸੇ ਵਿੱਚ ਹੀ ਮੇਰਾ ਭਲਾ ਹੈ। ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿੱਚ ਮਿੱਠੀ ਕਰਕੇ ਮੰਨਦਾ ਹੈ, ਜੀਵਨ ਮੁਕਤ ਸੋ ਕਹਾਵੇ, ਉਹ ਇਨਸਾਨ ਹੀ ਜੀਵਨ ਮੁਕਤ ਅਖਵਾਉਂਦਾ ਹੈ। ਯਾਨੀ ਉਹ ਇਨਸਾਨ ਜਿਉਂਦਾ ਹੀ ਮੁਕਤ ਹੈ ਜਿਹੜਾ ਇਨਸਾਨ ਪ੍ਰਭੂ ਦੀ ਆਗਿਆ ਨੂੰ ਪਿਆਰਿਆ ਮੰਨਦਾ ਹੈ। ਤਾਂ ਦੇਖੋ ਮੁਕਤੀ ਦਾ ਕਿੰਨਾ ਸੋਹਣਾ ਸਿਧਾਂਤ, ਕਿੰਨਾ ਸੌਖਾ ਸਿਧਾਂਤ ਸਾਡੀ ਝੋਲੀ ਵਿੱਚ ਗੁਰਦੇਵ ਪਾਤਸ਼ਾਹ ਨੇ ਪਾਇਆ ਕਿ ਜਿਹੜਾ ਰੱਬੀ ਰਜ਼ਾ ਨੂੰ ਪਿਆਰ ਕਰਦਾ ਹੈ, ਜੋ ਇਹ ਸਮਝਦਾ ਹੈ ਕਿ ਰੱਬ ਦੀ ਰਜ਼ਾ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਭਲਾ ਹੋ ਰਿਹਾ ਹੈ, ਜੋ ਰੱਬ ਦੇ ਬਣਾਏ ਕੁਦਰਤ ਨੇ, ਜੋ ਪ੍ਰਭੂ ਦਾ ਸਿਸਟਮ ਹੈ ਉਹਨੂੰ ਭਲਾ ਕਰਕੇ ਮੰਨਦਾ ਹੈ, ਉਹਦੇ ਨਾਲ ਪਿਆਰ ਕਰਦਾ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਉਹ ਮਨੁੱਖ ਜੀਵਨ ਮੁਕਤ ਹੈ। ਉਹਦੇ ਜੀਵਨ ਦੇ ਅੰਦਰ ਕੋਈ ਬੰਧਨ ਨਹੀਂ ਹੈ ਔਰ ਉਹਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹ ਪ੍ਰਭੂ ਦੀ ਰਜ਼ਾ ਦੇ ਅੰਦਰ ਰਾਜੀ ਹੈ ਤੇ ਉਹ ਇਨਸਾਨ ਜੀਵਨ ਤੋਂ ਮੁਕਤ ਹੈ। ਹੁਣ ਦੇਖੋ ਇਸ ਚੀਜ਼ ਨੂੰ ਥੋੜਾ ਜਿਹਾ ਅਸੀਂ ਸਮਝ ਲਈਏ। ਜੇ ਅਸੀਂ ਰੱਬੀ ਰਜ਼ਾ ਵਿੱਚ ਤੁਰੀਏ, ਜੋ ਕੁਦਰਤ ਦੇ ਕਾਨੂੰਨ ਨੇ, ਜੋ ਪ੍ਰਭੂ ਦੇ ਬਣਾਏ ਹੋਏ ਨੇਮ ਨੇ, ਉਹਨਾਂ ਨੇਮਾਂ ਮੁਤਾਬਕ ਜੇ ਬੰਦਾ ਜ਼ਿੰਦਗੀ ਜੀਵੇ ਤਾਂ ਜੀਵਨ ਦੇ ਅੰਦਰ ਕੋਈ ਬੰਧਨ ਹੈ ਹੀ ਨਹੀਂ ਹੈ। ਜੇ ਅਸੀਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਣਾ ਹੋਵੇ ਤਾਂ ਗੁਰਬਾਣੀ ਨੇ ਜੋ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਜੇ ਇਸ ਵੇ ਆਫ ਲਾਈਫ ਨੂੰ ਸਮਝ ਕੇ ਅਪਣਾ ਲਿਆ ਜਾਏ ਤਾਂ ਕੋਈ ਚੋਰੀ ਦਾ, ਕੋਈ ਵਿਕਾਰਾਂ ਦਾ, ਕੋਈ ਪਾਪਾਂ ਦਾ ਬੰਧਨ ਇਸ ਬੰਦੇ ਨੂੰ ਨਹੀਂ ਰਹੇਗਾ। ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਏਗਾ।
क्योंकि बंदा सच नाल जुड़ेगा, निरभैता नाल जुड़ेगा, निर्वैरता दे नाल जुड़ेगा, इंसानियत दे नाल जुड़ेगा, ਉਹਦੇ ਜੀਵਨ ਵਿੱਚ ਵਿਕਾਰਾਂ ਦਾ ਕੋਈ ਬੰਧਨ ਨਹੀਂ ਰਹੇਗਾ। समझ आ जाए कि रब्बी रजा तो बाहर कुछ नहीं हो सकता, वो रब्बी रजा विच तुरेगा ते ओनू कोई कर्म कांडां दा बंधन भी नहीं रहेगा। ओनू समझ आ जाएगी कि श्राद्ध करन नाल बजुर्गां नू प्रशादा पानी नहीं मिलता। ओनू समझ आ जाएगी कि केवल तीर्थां दे इशनान दे नाल सुचमता नहीं हुंदी, मुक्ति नहीं हुंदी। ओनू समझ आ जाएगी कि संसार नू छड्ड के भज्जण दे नाल मुक्ति दा कोई संबंध नहीं है। ਉਹਨੂੰ ਸਮਝ ਆ ਜਾਏਗੀ ਕਿ ਆ ਜਪ ਤਪ ਸੰਜਮ ਜੋ ਮੈਂ ਕਰ ਰਿਹਾ ਹਾਂ, ਇਹਨਾਂ ਦਾ ਆਤਮਿਕ ਜੀਵਨ ਦੇ ਨਾਲ ਕੋਈ ਸੰਬੰਧ ਨਹੀਂ। ਇਸ ਤਰ੍ਹਾਂ ਉਸ ਦੀ ਜ਼ਿੰਦਗੀ ਚੋਂ ਕਰਮ ਕਾਂਡਾਂ ਦੇ ਬੰਧਨ ਵੀ ਛੁੱਟ ਜਾਣਗੇ, ਖਤਮ ਹੋ ਜਾਣਗੇ। ਉਹਦੇ ਜੀਵਨ ਦੇ ਵਿੱਚ ਕੋਈ ਝੂਠ ਪਾਪ ਵਿਕਾਰ ਦਾ ਬੰਧਨ ਨਹੀਂ ਰਹੇਗਾ, ਮੇਰ ਤੇਰ ਔਰ ਜਾਤੀਵਾਦ ਦੇ ਬੰਧਨ ਨਹੀਂ ਰਹਿਣਗੇ। ਉਹ ਜੀਵਨ ਮੁਕਤ ਅਖਵਾਏਗਾ ਕਿ ਇਹ ਜਿਉਂਦਾ ਹੀ ਬੰਧਨਾਂ ਤੋਂ ਮੁਕਤ ਹੈ। ਤੇ ਉਹਦੀ ਨਿਸ਼ਾਨੀਆਂ ਹੋਰ ਦੱਸਦੇ ਨੇ, ਤੈਸਾ ਹਰਖ ਤੈਸਾ ਉਸ ਸੋਗ, ਉਹਨੂੰ ਖੁਸ਼ੀ ਤੇ ਗਮੀ ਇੱਕੋ ਜਿਹੀ ਹੈ। ਖੁਸ਼ੀ ਔਰ ਗਮੀ ਦੇ ਵਿੱਚ ਉਹ ਇੱਕ ਜੈਸਾ ਹੈ। ਇਹ ਚੀਜ਼ ਸਮਝ ਲੈਣੀ, ਇਹ ਨਹੀਂ ਕਿ ਉਹ ਖੁਸ਼ ਨਹੀਂ ਹੁੰਦਾ ਜਾਂ ਉਹਦੇ ਜੀਵਨ ਵਿੱਚ ਖੁਸ਼ੀ ਹੀ ਨਹੀਂ ਆਉਂਦੀ ਜਾਂ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਸੋਗ ਹੀ ਨਹੀਂ ਆਉਂਦਾ, ਐਸਾ ਨਹੀਂ ਹੈ। ਇਹ ਚੀਜ਼ ਸਮਝਣ ਵਾਲੀ ਹੈ, ਚਾਹੇ ਖੁਸ਼ੀ ਹੋਵੇ ਜਾਂ ਗਮੀ ਹੋਵੇ, ਉਹ ਰੱਬ ਦੀ ਰਜ਼ਾ ਤੋਂ ਬਾਹਰ ਨਹੀਂ ਜਾਂਦਾ। ਉਹਨੂੰ ਸਮਝ ਹੁੰਦੀ ਹੈ कि खुशी भी रजा दे अंदर है ते गमी भी रजा दे अंदर है, जो ये साडा कुदरत दा सिस्टम है। जे खुशी आई है तो वो रजा दे विच, सिस्टम दे विच है, ते जे किते चिंता गमी झोरा काड़ा अंदेशा आया ते वो भी सिस्टम मुताबिक ही आया, क्योंकि मैं कोई ऐसा कर्म कीता है जो उस सिस्टम तो बाहर है, ਉਹਦੇ करके मेरी जिंदगी अंदर दुख आ गया, कोई चिंता पैदा हो गई है। यानी खुशी होवे गमी होवे, ਉਹ ਰਜਾ ਨੂੰ ਵੇਖਦਾ ਹੈ, ਉਹ ਰਜਾ ਦੇ ਅੰਦਰ ਰਹਿੰਦਾ ਹੈ। ਖੁਸ਼ੀ ਹੋਵੇ ਗਮੀ ਹੋਵੇ, ਉਹ ਸੱਚ ਦਾ ਤਿਆਗ ਨਹੀਂ ਕਰਦਾ। ਮਿਸਾਲ ਵਜੋਂ ਨਿੱਕੀ ਜੀ ਮਿਸਾਲ ਆਪ ਦੇ ਸਾਹਮਣੇ ਰੱਖਾਂ, ਸਾਡੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਆ ਜਾਏ ਨਾ, ਅਸੀਂ ਮਕਾਨ ਨਵਾਂ ਲਵੀਏ, ਕਿਸੇ ਬੱਚੇ ਦਾ ਜਨਮ ਹੋਵੇ, ਵਿਆਹ ਸ਼ਾਦੀ ਹੋਵੇ, ਤੇ ਅਸੀਂ ਕਿੰਨਾ ਕੁਛ ਐਸਾ ਕਰ ਜਾਂਦੇ ਹਾਂ ਜਿਹਦਾ ਧਰਮ ਦੇ ਨਾਲ, ਸਾਡੇ ਜੀਵਨ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸ਼ਰਾਬਾਂ ਵਗੈਰਾ ਹੋਰ ਬਹੁਤ ਕੁਛ ਅਸੀਂ ਸਮਝ ਸਕਦੇ ਹਾਂ। ਯਾਨੀ ਖੁਸ਼ੀ ਦੇ ਵਿੱਚ ਵੀ ਅਸੀਂ ਸੱਚ ਤੋਂ ਦੂਰ ਚਲੇ ਗਏ। ਤੇ ਜੇ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਗਮੀ ਆ ਜਾਏ, ਚਿੰਤਾ ਆ ਜਾਏ, ਤਾਂ ਵੀ ਅਸੀਂ ਸੱਚ ਦੇ ਨਾਲੋਂ ਦੂਰ ਚਲੇ ਜਾਂਦੇ ਹਾਂ, ਤਾਂ ਵੀ ਸੱਚ ਨਾਲੋਂ ਦੂਰ ਚਲੇ ਗਏ। ਕਿਸੇ ਬਾਬੇ ਵੱਲ ਚਲੇ ਗਏ, ਕੋਈ ਟੂਣੇ ਤਵੀਤ ਕਰਨ ਚਲੇ ਗਏ, ਅਸੀਂ ਸੱਚ ਨਾਲੋਂ ਫਿਰ ਵੀ ਟੁੱਟ ਗਏ। ਪਰ ਜੋ ਰੱਬ ਦਾ ਪਿਆਰਾ, ਜੋ ਰੱਬ ਦੀ ਰਜ਼ਾ ਵਿੱਚ ਤੁਰਨ ਵਾਲਾ ਹੈ, ਜੋ ਜੀਵਨ ਮੁਕਤ ਹੈ, ਉਹਦੇ ਜੀਵਨ ਵਿੱਚ ਐਸਾ ਨਹੀਂ। ਉਹ ਹਰਕ ਸੋਗ ਦੇ ਵਿੱਚ ਬਰਾਬਰ। ਸਦਾ ਆਨੰਦ ਤਹਿ ਨਹੀਂ ਵਿਯੋਗ, ਉਸ ਦੀ ਜ਼ਿੰਦਗੀ ਦੇ ਅੰਦਰ ਆਨੰਦ ਹੈ, ਕਿਉਂਕਿ ਉਹਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਨਾਲੋਂ ਵਿਛੋੜਾ ਨਹੀਂ ਹੈ। ਵਿਯੋਗ ਦਾ ਮਤਲਬ ਵਿਛੋੜਾ। ਉਹਦੇ ਜੀਵਨ ਵਿੱਚ ਆਨੰਦ ਹੈ, ਉਹ ਤੇ ਹੈ, ਕਿਉਂਕਿ ਉਹਦੇ ਮਨ ਦੇ ਅੰਦਰ ਪ੍ਰਭੂ ਦਾ ਵਿਛੋੜਾ ਹੀ ਨਹੀਂ ਹੈ। ਉਹਦੀ ਸੁਰਤ ਰੱਬੀ ਗੁਣਾਂ ਦੇ ਨਾਲ ਜੁੜੀ ਹੈ, ਉਹਦੀ ਸੁਰਤ ਰੱਬੀ ਰਜ਼ਾ ਦੇ ਵਿੱਚ ਜੁੜੀ ਹੈ। ਉਹ ਗਿਆਨ ਦੇ ਚਾਨਣੇ ਅੰਦਰ ਜ਼ਿੰਦਗੀ ਜੀ ਰਿਹਾ ਹੈ। ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਹਨਾਂ ਚੀਜ਼ਾਂ ਦੀ ਖੁੱਲ੍ਹ ਕੇ ਵਿਚਾਰ ਕਰ ਚੁੱਕੇ ਹਾਂ ਕਿ ਆਨੰਦ ਮਨੁੱਖੀ ਮਨ ਦੀ ਉਸ ਸਟੇਜ ਦਾ ਨਾਮ ਹੈ ਜਿੱਥੇ ਜਾ ਕੇ ਇਹਦੇ ਵਿੱਚ ਸੈਲਫਿਸ਼ਨੈਸ ਨਹੀਂ ਰਹਿੰਦੀ, ਮੋਹ ਨਹੀਂ ਰਹਿੰਦਾ, ਵਿਕਾਰ ਨਹੀਂ ਰਹਿੰਦੇ, ਪਾਪ ਨਹੀਂ ਰਹਿੰਦੇ। ਇਹ ਸਾਰਿਆਂ ਦੇ ਅੰਦਰ ਇੱਕ ਰੱਬ ਨੂੰ ਵੇਖਦਾ, ਸਭ ਦੇ ਨਾਲ ਇੱਕ ਰੱਬ ਵਰਗਾ ਪਿਆਰ ਔਰ ਵਿਹਾਰ ਕਰਦਾ ਹੈ। ਉਸ ਅਵਸਥਾ ਦਾ ਨਾਮ ਹੈ ਆਨੰਦ। ਇਸ ਲਈ ਰੱਬ ਦਾ ਜੋ ਪਿਆਰਾ ਹੈ, ਰੱਬੀ ਰਜ਼ਾ ਵਿੱਚ ਤੁਰਨ ਵਾਲਾ ਜੋ ਜੀਵਨ ਮੁਖ ਪੁਰਸ਼ ਹੈ, ਉਹ ਆਨੰਦ ਵਿੱਚ ਵਿਚਰਦਾ ਹੈ। ਤੇ ਆਨੰਦ ਉਹਦੀ ਜ਼ਿੰਦਗੀ ਵਿੱਚ ਤਾਂ ਹੈ ਕਿਉਂਕਿ ਤਹਿ ਨਹੀਂ ਵਿਯੋਗ, ਉਹਦਾ ਵਿਛੋੜਾ ਨਹੀਂ ਹੈ ਰੱਬ ਨਾਲੋਂ। ਉਹਦੀ ਸੁਰਤ ਸੱਚ ਦੇ ਨਾਲੋਂ ਕਦੇ ਟੁੱਟਦੀ ਨਹੀਂ। ਤੈਸਾ ਸਵਰਨ ਤੈਸੀ ਉਸ ਮਾਟੀ। ਸਵਰਨ ਦਾ ਮਤਲਬ ਸੋਨਾ, ਮਾਟੀ ਦਾ ਮਤਲਬ ਮਿੱਟੀ। ਸੋਨਾ ਤੇ ਮਿੱਟੀ ਉਸ ਮਨੁੱਖ ਵਾਸਤੇ ਬਰਾਬਰ ਨੇ।
ਹੁਣ ਇਹ ਚੀਜ਼ ਸਮਝ ਲੈਣਾ ਇਹ ਨਹੀਂ ਕਿ ਰੱਬ ਦਾ ਜੋ ਪਿਆਰਾ ਹੈ, ਜੋ ਜੀਵਨ ਮੁਕਤ ਹੈ, ਰਜਾ ਵਿੱਚ ਤੁਰਨ ਵਾਲਾ ਹੈ, ਉਹਨੂੰ ਸੋਨੇ ਔਰ ਮਿੱਟੀ ਦੇ ਫਰਕ ਦਾ ਹੀ ਨਹੀਂ ਪਤਾ। ਐਸਾ ਨਹੀਂ ਹੈ। ਉਹਨੂੰ ਪਤਾ ਹੈ ਕਿ ਇਹ ਸੋਨਾ ਹੈ, ਇਹ ਮਿੱਟੀ ਹੈ, ਪਤਾ ਹੈ। ਲੇਕਿਨ ਇੱਥੇ ਜਿਹੜੀ ਗੱਲ ਗੁਰੂ ਜੀ ਕਹਿ ਰਹੇ ਨੇ ਕਿ ਉਹ ਸੋਨੇ ਨੂੰ ਮਿੱਟੀ ਸਮਾਨ ਜਾਣਦਾ ਹੈ, ਮੀਨਸ ਕਿ ਸੋਨੇ ਆਦਿਕ ਕੀਮਤੀ ਵਸਤੂਆਂ ਨੂੰ ਵੇਖ ਕੇ ਉਹ ਲਾਲਚ ਵਿੱਚ ਨਹੀਂ ਆਉਂਦਾ, ਉਹ ਸੱਚ ਦਾ ਪੱਲਾ ਨਹੀਂ ਛੱਡਦਾ ਕਿ ਜੇ ਮੈਨੂੰ ਇਧਰੋਂ ਝੂਠ ਬੋਲਣ ਦੇ ਨਾਲ ਸੋਨਾ ਮਿਲ ਰਿਹਾ ਹੈ, ਯਾਨੀ ਲਾਭ ਹੋ ਰਿਹਾ ਹੈ, ਤੇ ਮੈਂ ਥੋੜਾ ਜਿਹਾ ਝੂਠ ਬੋਲ ਰਿਹਾ, ਉਹਦੇ ਵਾਸਤੇ ਐਸਾ ਨਹੀਂ ਹੈ। ਉਹਦੇ ਵਾਸਤੇ ਸੋਨਾ ਮਿੱਟੀ ਬਰਾਬਰ ਹੈ। ਬੇਗਾਨੇ ਹੱਕ ਸੋਨੇ ਵਰਗੇ ਵੀ ਹੋਣ, ਉਹ ਮਿੱਟੀ ਸਮਝ ਕੇ ਛੱਡ ਦਿੰਦਾ ਹੈ। ਉਹ ਕੀਮਤੀ ਪਦਾਰਥਾਂ ਨੂੰ, ਸੋਨੇ ਆਦਿਕ ਨੂੰ ਵੇਖ ਕੇ ਲਾਲਚ ਵਿੱਚ ਨਹੀਂ ਆਉਂਦਾ, ਆਪਣੇ ਆਦਰਸ਼ ਦਾ ਤਿਆਗ ਨਹੀਂ ਕਰਦਾ, ਆਪਣੇ ਆਚਰਣ ਨੂੰ ਉਹ ਨਹੀਂ ਗਿਰਾਉਂਦਾ। ਇਹਨੂੰ ਕਹਿੰਦੇ ਨੇ ਤੈਸਾ ਸਵਰਨ ਤੈਸੀ ਉਸ ਮਾਟੀ। ਅਸੀਂ ਦੇਖਦੇ ਹਾਂ ਬਹੁਤ ਸਾਰੇ ਐਸੇ ਲੋਕ ਕੁਝ ਸਮਾਂ ਉਹ ਬੜੀ ਚੰਗੀ ਜ਼ਿੰਦਗੀ ਜੀਂਦੇ ਨੇ ਤੇ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਬਈ ਇਹ ਆਦਮੀ ਬਹੁਤ ਚੰਗਾ ਹੈ, ਇਹਦਾ ਕੋਈ ਸਟੈਂਡ ਹੈ। ਲੇਕਿਨ ਜਦੋਂ ਉਹਨੂੰ ਕੋਈ ਕੀਮਤ ਥੋੜੀ ਜ਼ਿਆਦਾ ਮਿਲਦੀ ਹੈ ਤੇ ਉਹ ਆਪਣਾ ਸਟੈਂਡ ਬਦਲ ਜਾਂਦਾ ਹੈ, ਸਟੈਂਡ ਛੱਡ ਦਿੰਦਾ ਹੈ। ਜੇ ਕੋਈ ਅਫਸਰ ਹੈ, ਉਹਨੂੰ ਰਿਸ਼ਵਤ ਮਿਲ ਰਹੀ ਹੈ, ਉਹ ਥੋੜੀ ਬਹੁਤੀ ਰਿਸ਼ਵਤ ਨਹੀਂ ਲੈਂਦਾ, ਲੇਕਿਨ ਕਈ ਵਾਰ ਐਸਾ ਹੋਵੇ ਕਿ ਉਹ ਬਹੁਤ ਜ਼ਿਆਦਾ ਰਿਸ਼ਵਤ ਮਿਲੇ ਤੇ ਉਹ ਲੈ ਲਵੇ। ਸਾਰਿਆਂ ਦੀ ਗੱਲ ਨਹੀਂ, ਬਹੁਤਾਤ ਗਿਣਤੀ ਦੀ ਗੱਲ। ਲੇਕਿਨ ਜਿਹੜਾ ਰੱਬ ਦੇ ਨਾਲ ਜੁੜਿਆ, ਰਜਾ ਦੇ ਵਿੱਚ ਜੀਵਨ ਮੁਕਤ ਪੁਰਸ਼ ਹੈ, ਉਹਦੀ ਜ਼ਿੰਦਗੀ ਵਿੱਚ ਐਸਾ ਨਹੀਂ ਹੈ। ਉਹ ਨਾ ਕੱਖ ਨੂੰ ਵੇਖ ਕੇ ਡੋਲਦਾ ਤੇ ਨਾ ਲੱਖ ਨੂੰ ਵੇਖ ਕੇ ਡੋਲਦਾ। ਅਸੀਂ ਦੇਖਦੇ ਹਾਂ ਗੰਗੂ ਡੋਲ ਗਿਆ ਨਾ ਥੋੜੇ ਪੈਸੇ ਦੇ ਲਾਲਚ ਵਾਸਤੇ, ਲੇਕਿਨ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿਤਨੇ ਸਾਰੇ ਐਸੇ ਲੋਕ ਨੇ ਜੋ ਆਰਿਆਂ ਨਾਲ ਤੇ ਚਿਰ ਗਏ, ਲੇਕਿਨ ਉਹਨਾਂ ਨੇ ਸੋਨੇ ਨੂੰ ਠੋਕਰ ਮਾਰ ਦਿੱਤੀ, ਰਾਜ ਭਾਗ ਛੱਡ ਦਿੱਤੇ। ਕਿਹਾ ਜਾਇਆ ਸੀ ਤੁਹਾਨੂੰ ਰਾਜ ਭਾਗ ਦੇ ਦਿਆਂਗੇ, ਸੋਨੇ ਚਾਂਦੀ ਹੀਰੇ ਜਵਾਹਰਾਤਾਂ ਦੇ ਤੁਹਾਡੇ ਕੋਲ ਢੇਰ ਹੋਣਗੇ, ਆਉਣ ਵਾਲੀਆਂ ਪੀੜ੍ਹੀਆਂ ਤੋਂ ਵੱਡੀਆਂ ਬਾਦਸ਼ਾਹ ਹੋਣਗੀਆਂ। ਲੇਕਿਨ ਉਹਨਾਂ ਨੇ ਜੁੱਤੀ ਦੀ ਨੋਕ ਤੇ ਇਹਨਾਂ ਚੀਜ਼ਾਂ ਨੂੰ ਠੁਕਰਾ ਦਿੱਤਾ। ਸੱਚ ਦੇ ਨਾਲ ਜੁੜੇ ਰਹੇ, ਉਹ ਬੰਦਾ ਜੀਵਨ ਮੁਕਤ ਹੈ, ਉਹਨੂੰ ਮੁਕਤੀ ਮਿਲਦੀ ਹੈ ਜਿਹੜਾ ਐਸੀ ਜ਼ਿੰਦਗੀ ਜੀ ਰਿਹਾ ਹੈ। ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ। ਖਾਟੀ ਦਾ ਮਤਲਬ ਖੱਟੀ, ਕੌੜੀ। ਉਹਦੇ ਵਾਸਤੇ ਅੰਮ੍ਰਿਤ ਔਰ ਕੌੜੀ ਜਿਹੜੀ ਜ਼ਹਿਰ ਹੈ ਉਹ ਇੱਕ ਬਰਾਬਰ ਹੀ ਹੈ। ਮਤਲਬ ਮਿੱਠਾ ਔਰ ਖੱਟਾ, ਮਿੱਠਾ ਔਰ ਕੌੜਾ, ਸੁੱਖ ਔਰ ਦੁੱਖ ਉਹਨੂੰ ਇੱਕ ਜੈਸਾ ਹੀ ਸਮਝਦਾ ਹੈ। ਜੇ ਉਹਨੂੰ ਕੋਈ ਕਹੇ ਕਿ ਤੈਨੂੰ ਅੰਮ੍ਰਿਤ ਦੇ ਦਿਆਂਗੇ ਜਿਹਦੇ ਨਾਲ ਤੇਰੀ ਕਦੇ ਸਰੀਰਕ ਤੌਰ ਤੇ ਮੌਤ ਨਹੀਂ ਹੋਏਗੀ, ਕਿਉਂਕਿ ਅੰਮ੍ਰਿਤ ਉਹ ਹੈ ਨਾ ਜਿਸ ਰਾਹੀਂ ਬੰਦੇ ਦੀ ਮੌਤ ਨਾ ਹੋਵੇ। ਤੂੰ ਸਰੀਰਕ ਤੌਰ ਤੇ ਕਦੇ ਨਹੀਂ ਮਰੇਗਾ, ਲੇਕਿਨ ਤੂੰ ਇਹਨੂੰ ਝੂਠ ਬੋਲਣਾ ਪੈਣਾ ਹੈ। ਇਹ ਝੂਠ ਬੋਲ ਦੇ, ਸੱਚ ਦਾ ਤਿਆਗ ਕਰ ਦੇ, ਤਾਂ ਉਹ ਅੰਮ੍ਰਿਤ ਨੂੰ ਵੀ ਛੱਡ ਦੇਵੇਗਾ। ਅੰਮ੍ਰਿਤ ਮਤਲਬ ਐਸੀ ਵਸਤੂ ਜੋ ਸਰੀਰਕ ਤੌਰ ਤੇ ਸदैवी ਜੀਵਨ ਦੇਵੇ, ਉਹਨੂੰ ਵੀ ਉਹ ਪ੍ਰਵਾਨ ਨਹੀਂ ਕਰੇਗਾ ਕਿ ਜਿੱਥੇ ਮੈਨੂੰ ਆਚਰਨ ਤੋਂ ਗਿਰਨਾ ਪਵੇ, ਰੱਬੀ ਰਜਾ ਤੋਂ ਬਾਹਰ ਦੂਰ ਜਾਣਾ ਪਵੇ ਨਾ। ਤੇ ਜੇ ਉਹਨੂੰ ਕਿਹਾ ਜਾਏ ਕਿ ਜੇ ਤੂੰ ਸੱਚ ਦੇ ਰਾਹ ਤੇ ਚੱਲੇਗਾ ਤੈਨੂੰ ਜ਼ਹਿਰ ਪਿਆਇਆ ਜਾਏਗਾ, ਤਾਂ ਉਹ ਜ਼ਹਿਰ ਪੀਣ ਵਾਸਤੇ ਤਿਆਰ ਹੋ ਜਾਏਗਾ ਕਿ ਮੈਂ ਜ਼ਹਿਰ ਪੀ ਲਾਂਗਾ। ਯਾਨੀ ਉਹ ਸੱਚ ਨੂੰ ਨਹੀਂ ਛੱਡਦਾ ਕਿਸੇ ਵੀ ਲਾਲਚ ਕਰਕੇ, ਚਾਹੇ ਉਹਨੂੰ ਮਿੱਠੇ ਪਦਾਰਥ ਮਿਲਣ, ਚਾਹੇ ਉਹਨੂੰ ਕੌੜਤਨ ਮਿਲੇ। ਉਹਨੂੰ ਇਸ ਚੀਜ਼ ਦੀ ਸਮਝ ਹੁੰਦੀ ਹੈ ਕਿ ਇਹ ਸਾਰਾ ਕੁਝ ਰੱਬੀ ਰਜ਼ਾ ਦੇ ਅੰਦਰ ਹੈ। ਉਹ ਸੱਚ ਦਾ ਪੱਲਾ ਨਹੀਂ ਛੱਡਦਾ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਉਹ ਬੰਦਾ ਜੀਵਨ ਮੁਕਤ ਹੈ, ਉਹ ਬੰਦਾ ਜੀਵਨ ਮੁਕਤ ਹੈ। ਅਸੀਂ ਦੇਖਦੇ ਹਾਂ ਇੱਕ ਇਤਿਹਾਸ ਦੀ ਕਹਾਣੀ ਹੈ ਨਾ, ਮੈਥੋਲੋਜੀ ਹੈ ਕਿ ਦੇਵਤਿਆਂ ਨੇ ਔਰ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਰਿੜਕਿਆ। ਮੈਥੋਲੋਜੀ ਹੈ, ਇਹ ਚੀਜ਼ ਧਿਆਨ ਰੱਖਣਾ। ਤੇ ਉਹਦੇ ਵਿੱਚੋਂ ਅੰਮ੍ਰਿਤ ਨਿਕਲਿਆ, ਇੱਕ ਘੜਾ, ਤੇ ਉਹਦੇ ਵਾਸਤੇ ਝਗੜਾ ਹੋ ਗਿਆ। ਸ਼ਰਾਬ ਵੀ ਨਿਕਲੀ। ਹੁਣ ਦੇਵਤੇ ਲਾਲਚ ਕਰ ਗਏ ਨਾ ਕਿ ਅੰਮ੍ਰਿਤ ਅਸੀਂ ਪੀਵੀਏ, ਕਿ ਅਸੀਂ ਸਦਾ ਜਿਉਂਦੇ ਰਵਾਂਗੇ, ਤੇ ਸ਼ਰਾਬ ਜਿਹੜਾ ਧੋਖੇ ਦੇ ਨਾਲ ਰਾਖਸ਼ਾਂ ਨੂੰ ਪਿਆ ਦੇਈਏ। ਡੋਲ ਗਏ ਨਾ, ਸੱਚ ਨੂੰ ਛੱਡ ਦਿੱਤਾ। ਇਹ ਇੱਕ ਮਿਥਿਹਾਸਕ ਵਾਰਤਾ ਵੀ ਸਾਨੂੰ ਸਮਝਾ ਰਹੀ ਹੈ। ਲੇਕਿਨ ਜੋ ਰੱਬੀ ਰਜਾ ਵਿੱਚ ਤੁਰਨ ਵਾਲਾ ਹੈ
ਉਹ ਅੰਮ੍ਰਿਤ ਜਾਂ ਜ਼ਹਿਰ ਨੂੰ ਵੇਖ ਕੇ, ਐਸੀਆਂ ਚੀਜ਼ਾਂ ਨੂੰ ਵੇਖ ਕੇ ਉਹ ਡੋਲਦਾ ਨਹੀਂ, ਉਹ ਸੱਚ ਦੇ ਨਾਲ ਜੁੜਿਆ ਹੋਇਆ ਹੈ। ਤੈਸਾ ਮਾਨ ਐਸਾ ਅਭਿਮਾਨ, ਇੱਥੇ ਅਹੰਕਾਰ ਵੀ ਹੈ ਅਭਿਮਾਨ ਦਾ ਮਤਲਬ, ਔਰ ਅਭਿਮਾਨ ਦਾ ਮਤਲਬ ਇੱਥੇ ਨਿਰਾਦਰ ਵੀ ਹੈ। ਮਾਨ ਅਭਿਮਾਨ, ਅਭਿਮਾਨ ਹੰਕਾਰ ਵਾਸਤੇ ਵੀ ਆਉਂਦਾ ਹੈ ਔਰ ਨਿਰਾਦਰ ਵਾਸਤੇ ਵੀ ਆਉਂਦਾ। ਕਿਸੇ ਵੱਲੋਂ ਆਦਰ ਦਾ ਵਰਤਾਓ ਹੋਵੇ ਜਾਂ ਦੂਜਾ ਬੰਦਾ ਹੰਕਾਰ ਦਾ ਵਰਤਾਓ ਕਰਕੇ ਤੇ ਉਹਨੂੰ ਨੀਵਾਂ ਸਮਝੇ, ਉਹਦੇ ਵਾਸਤੇ ਦੋਵੇਂ ਬਰਾਬਰ ਨੇ। ਦੇਖੋ, ਅਸੀਂ ਇੱਕ ਦੂਜੇ ਦੇ ਨਾਲ ਮਿਲਦੇ ਹਾਂ ਤੇ ਕੋਈ ਬੰਦਾ ਤੇ ਬੜੇ ਨਿਮਰਤਾ ਦੇ ਨਾਲ, ਆਦਰ ਦੇ ਨਾਲ ਮਿਲਦਾ ਹੈ, ਫਤਿਹ ਬੁਲਾਉਂਦਾ ਹੈ, ਬੜੇ ਪਿਆਰ ਦੇ ਨਾਲ ਮਿਲਦਾ ਹੈ, ਨਿਮਰਤਾ ਦੇ ਨਾਲ ਮਿਲਦਾ ਹੈ। ਤਾਂ ਜਿਹੜਾ ਜੀਵਨ ਮੁਕਤ ਪੁਰਸ਼ ਹੈ, ਉਸ ਮਾਨ ਦੇ ਅੰਦਰ ਵੀ ਰੱਬ ਦੀ ਰਜ਼ਾ ਵਿੱਚ ਹੈ। ਉਹ ਸੱਚ ਨੂੰ ਨਹੀਂ ਛੱਡੇਗਾ ਮਾਨ ਆਦਰ ਕਰਕੇ। ਤੇ ਜੇ ਉਹਨੂੰ ਕੋਈ ਹੰਕਾਰ ਦੇ ਨਾਲ ਬੁਲਾਏ, ਯਾਨੀ ਉਹਦਾ ਨਿਰਾਦਰ ਕਰੇ, ਤਾਂ ਵੀ ਉਹ ਸੱਚ ਨੂੰ ਨਹੀਂ ਛੱਡੇਗਾ, ਤਾਂ ਵੀ ਉਹ ਰੱਬੀ ਰਜ਼ਾ ਦੇ ਅੰਦਰ ਤੁਰੇਗਾ। ਉਹਨੂੰ ਰੱਬੀ ਰਜ਼ਾ ਦੀ ਸਮਝ ਹੈ। ਉਹਦੇ ਵਾਸਤੇ ਦੁਨਿਆਵੀ ਜੋ ਮਾਨ ਆਦਰ ਨੇ, ਇਹ ਕੋਈ ਮੁੱਲ ਨਹੀਂ ਰੱਖਦੇ। ਉਹਦੇ ਵਾਸਤੇ ਮਾਣ ਵਾਲੀ ਗੱਲ ਹੁੰਦੀ ਹੈ ਰੱਬੀ ਰਜ਼ਾ ਦੇ ਅੰਦਰ ਤੁਰਨਾ। ਉਹਨੂੰ ਇਹ ਸਮਝ ਹੁੰਦੀ ਹੈ ਕਿ ਜੇ ਮੈਨੂੰ ਮਾਣ ਮਿਲ ਰਿਹਾ ਹੈ ਤੇ ਮਾਣ ਮਿਲਣ ਦੇ ਨਾਲ ਰੱਬ ਦੀ ਰਜ਼ਾ ਤੇ ਨਹੀਂ ਨਾ ਬਦਲ ਜਾਣੀ। ਜੇ ਮੈਨੂੰ ਮਾਣ ਮਿਲੇ ਤੇ ਮੈਂ ਕਹਾਂ ਵੀ ਅੱਜ ਸੂਰਜ ਪੱਛਮ ਵੱਲੋਂ ਚੜ੍ਹ ਜਾਏ, ਤੇ ਐਵੇਂ ਨਹੀਂ ਹੋਣਾ। ਤੇ ਜੇ ਕੋਈ ਮੇਰਾ ਨਿਰਾਦਰ ਕਰੇ ਤੇ ਮੈਂ ਕਹਾਂ ਵੀ ਸੂਰਜ ਪੱਛਮ ਵੱਲੋਂ ਚੜ੍ਹ ਜਾਏ, ਉਹਨੇ ਤਾਂ ਵੀ ਨਹੀਂ ਚੜ੍ਹਨਾ। ਕੁਦਰਤ ਦੇ ਨੇਮ ਤੇ ਉਹੀ ਰਹਿਣੇ ਨੇ। ਕਿਸੇ ਦੇ ਮਾਨ ਅਭਿਮਾਨ ਨਾਲ ਕੀ ਫਰਕ ਪੈਂਦਾ ਹੈ? ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਤਾਂ ਦੇਖੋ, ਉਹਨਾਂ ਨੇ ਆਪ ਆਪਣੀ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਤਾਂ ਗੁਰੂ ਨਾਨਕ ਦੇਵ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰੂ ਨਾਨਕ ਦੇਵ ਜੀ ਜੋ ਹੈ ਨੇ, ਉਹ ਹੈ ਨੇ, ਕਿਸੇ ਦੇ ਕਹਿਣ ਨਾਲ ਵੱਡੇ ਛੋਟੇ ਨਹੀਂ ਹੋਣ ਲੱਗੇ। ਰੱਬ ਬਾਰੇ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਨਾ, ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਰੱਬ ਨੂੰ ਵੱਡਾ ਵੱਡਾ ਆਖਣ, ਵੱਡਾ ਨਾ ਹੋਵੇ ਤਾਂ ਸਾਡੇ ਕਹਿਣ ਨਾਲੋਂ ਵੱਡਾ ਨਹੀਂ ਹੋ ਚੱਲਿਆ। ਤੇ ਜੇ ਕੋਈ ਵੀ ਨਾ ਕਹੇ ਤਾਂ ਘਾਟ ਨਾ ਜਾਏ, ਉਹ ਘਾਟ ਨਹੀਂ ਚੱਲਿਆ। ਸਾਡੇ ਤੇ ਰੱਬ ਆਧਾਰਿਤ ਥੋੜਾ ਹੈ। ਜੇ ਸਾਰੇ ਲੋਕ ਕਹੀ ਜਾਣ ਕਿ ਸੂਰਜ ਚਾਨਣ ਦਿੰਦਾ ਹੈ ਤਾਂ ਵੀ ਚਾਨਣ ਦੇ ਰਿਹਾ ਹੈ, ਜੇ ਸਾਰੇ ਕਹੀ ਜਾਣ ਸੂਰਜ ਚਾਨਣ ਨਹੀਂ ਦਿੰਦਾ, ਸੂਰਜ ਚਾਨਣ ਨਹੀਂ ਦੇ ਸਕਦਾ, ਤਾਂ ਵੀ ਉਹ ਚਾਨਣ ਦੇ ਰਿਹਾ। ਸੂਰਜ ਨੂੰ ਕੀ ਫਰਕ ਪੈਂਦਾ ਹੈ? ਇਸ ਗੱਲ ਨੂੰ ਅਸੀਂ ਹੋਰ ਤਰ੍ਹਾਂ ਸਮਝੀਏ। ਮੰਨ ਲਓ ਇੱਕ ਬੰਦੇ ਨੂੰ ਅਸੀਂ ਸਾਰੇ ਕਹਿੰਦੇ ਹਾਂ ਕਿ ਇਹ ਬੰਦਾ ਬੜਾ ਭਲਾ ਹੈ, ਸਾਧ ਹੈ, ਬੜਾ ਭਲਾ ਹੈ, ਲੇਕਿਨ ਜੇ ਉਹ ਭਲਾ ਨਾ ਹੋਵੇ ਉਹ ਚੋਰ, ਚੋਰੀਆਂ ਕਰਦਾ ਹੋਵੇ, ਤੇ ਕੀ ਸਾਡੇ ਭਲਾ ਭਲਾ ਕਹਿਣ ਦੇ ਨਾਲ ਉਹ ਭਲਾ ਹੋ ਜਾਏਗਾ? ਕਿਉਂਕਿ ਉਹ ਤੇ ਫਿਰ ਵੀ ਚੋਰ ਹੀ ਹੈ। ਤੇ ਜੇ ਅਸੀਂ ਉਹਨੂੰ ਚੋਰ ਚੋਰ ਕਹੀਏ ਤਾਂ ਵੀ ਉਹ ਚੋਰ ਹੀ, ਕਿਉਂਕਿ ਹੈ ਹੀ ਚੋਰ। ਸਾਡੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ, ਜੋ ਉਹ ਹੈ ਉਹ ਹੈ। ਤੇ ਜੇ ਅਸੀਂ ਇੱਕ ਚੋਰ ਸਾਧ ਨੂੰ ਕਹੀ ਜਾਈਏ, ਚੰਗੇ ਭਲੇ ਬੰਦੇ ਨੂੰ, ਕਿ ਇਹ ਬੰਦਾ ਚੋਰ ਹੈ, ਤਾਂ ਸਾਡੇ ਕਹਿਣ ਨਾਲ ਤੇ ਉਹ ਚੋਰ ਨਹੀਂ ਹੋ ਚੱਲਿਆ, ਕਿਉਂਕਿ ਉਹ ਚੋਰ ਹੈ ਨਹੀਂ। ਤੇ ਜੇ ਉਹਨੂੰ ਸਾਰੇ ਭਲਾ ਭਲਾ ਕਹੀ ਜਾਵੀਏ ਤਾਂ ਕੋਈ ਫਰਕ ਨਹੀਂ, ਕਿਉਂਕਿ ਭਲਾ ਹੈ ਹੀ। ਸਾਡੇ ਕਹਿਣ ਜਾਂ ਨਾ ਕਹਿਣ ਨਾਲ ਫਰਕ ਨਹੀਂ ਪੈਂਦਾ। ਜੋ ਬੰਦਾ ਹੈ ਉਹ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜੀਵਨ ਮੁਕਤ ਪੁਰਸ਼ ਉਹ ਹੈ। ਇਹ ਉਹਨਾਂ ਲੋਕਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਮੁਕਤ ਨੇ। ਇਸ ਲਈ ਮੁਕਤੀ ਮਰਨ ਤੋਂ ਬਾਅਦ ਨਹੀਂ ਹੈ, ਇਹ ਜ਼ਿੰਦਗੀ ਦੀ ਗੱਲ ਹੈ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਰੰਗ ਦਾ ਮਤਲਬ ਕੰਗਾਲ, ਰਾਜਾਨ ਦਾ ਮਤਲਬ ਰਾਜਾ। ਉਹਦੇ ਵਾਸਤੇ ਕੰਗਾਲ ਔਰ ਸ਼ਹਿਨशाह, ਬਾਦਸ਼ਾਹ, ਅਮੀਰ ਇੱਕੋ ਜਿਹੀ ਹੈ। ਤੇ ਇਹਦਾ ਮਤਲਬ ਇਹ ਨਹੀਂ ਕਿ ਰੱਬ ਦੇ ਪਿਆਰੇ ਨੂੰ ਇਹ ਨਹੀਂ ਪਤਾ ਕਿ ਅਮੀਰ ਕੌਣ ਹੁੰਦਾ ਤੇ ਗਰੀਬ ਕੌਣ ਹੁੰਦਾ, ਉਹਨੂੰ ਅਮੀਰੀ ਗਰੀਬੀ ਦਾ ਨਹੀਂ ਪਤਾ। ਐਸਾ ਨਹੀਂ, ਉਹਨੂੰ ਪਤਾ ਹੈ ਅਮੀਰੀ ਗਰੀਬੀ ਦਾ, ਉਹਨੂੰ ਪਤਾ ਹੈ। ਲੇਕਿਨ ਉਹਦਾ ਵਿਹਾਰ ਅਮੀਰ ਔਰ ਗਰੀਬ ਵਾਸਤੇ ਇੱਕੋ ਜਿਹੀ ਹੈ। ਇਹ ਨਹੀਂ ਕਿ ਜੇ ਅਮੀਰ ਬੰਦਾ ਆਵੇ ਤੇ ਉਹ ਵਿਹਾਰ ਹੋਰ ਤਰ੍ਹਾਂ ਕਰੇ, ਤੇ ਜੇ ਗਰੀਬ ਬੰਦਾ ਆਵੇ ਤੇ ਉਹਦੇ ਨਾਲ ਵਿਹਾਰ ਹੋਰ ਤਰ੍ਹਾਂ ਕਰੇ। ਨਾ, ਉਹਦਾ ਵਿਹਾਰ ਐਸਾ ਨਹੀਂ। ਉਹਦੇ ਵਾਸਤੇ ਦੋਵੇਂ ਬਰਾਬਰ। ਉਹਨੂੰ ਸਮਝ ਹੈ ਕਿ ਰੱਬੀ ਰਜ਼ਾ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ। ਇਸ ਲਈ ਉਹ ਆਪਣੇ ਐਸੇ ਉੱਚੇ ਆਚਰਨ ਤੋਂ ਰੰਚਕ ਮਾਤਰ ਵੀ ਨਹੀਂ ਡੋਲਦਾ।
ਉਹਦਾ ਅਮੀਰ ਔਰ ਗਰੀਬ ਲਈ ਵਿਹਾਰ ਇੱਕੋ ਜਿਹਾ ਹੈ। ਪਾਵਨ ਬਾਣੀ ਵਿੱਚ ਦੇਖੋ ਕਿੰਨਾ ਇੱਕ ਦੁਖਾਂਤ ਦੱਸਿਆ ਨਾ ਮਨੁੱਖ ਦਾ, ਕਿ ਦੋ ਸਕੇ ਭਰਾ ਨੇ, ਇੱਕ ਮਾਂ ਦੀ ਗੋਦ ਵਿੱਚ ਜਨਮੇ ਨੇ, ਪਲੇ ਨੇ, ਇੱਕ ਪਿਤਾ ਨੇ ਪਾਲਣਾ ਪੋਸ਼ਣਾ ਕੀਤੀ ਹੈ। ਕਿਸੇ ਕਾਰਨ ਕਰਕੇ ਇੱਕ ਭਰਾ ਅਮੀਰ ਹੋ ਗਿਆ, ਪੈਸੇ ਕਰਕੇ, ਇੱਕ ਗਰੀਬ ਰਹਿ ਗਿਆ। ਇੱਕ ਦਿਨ ਅਮੀਰ ਭਰਾ ਗਰੀਬ ਦੇ ਘਰ ਵਿੱਚ ਗਿਆ। ਗਰੀਬ ਨੂੰ ਚਾਅ ਚੜ ਗਿਆ, ਬੜੇ ਚਾਅ ਦੇ ਨਾਲ, ਮਾਣ ਦੇ ਨਾਲ, ਆਦਰ ਦੇ ਨਾਲ ਉਹਨੂੰ ਸਤਿਕਾਰ ਦਿੱਤਾ। ਜੈਸਾ ਵੀ ਉਹਦੇ ਕੋਲ ਸੀ, ਆਪਣੇ ਬਿੱਤ ਨਾਲੋਂ ਜ਼ਿਆਦਾ ਉਹਦੀ ਸੇਵਾ ਆਦਰ ਭਾਵ ਕੀਤਾ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਸਾਰੇ ਟੱਬਰ ਨੇ ਬੜਾ ਮਾਣ ਆਦਰ। ਤੇ ਇੱਕ ਦਿਨ ਗਰੀਬ ਭਰਾ ਦੇ ਵੀ ਮਨ ਵਿੱਚ ਆਈ ਕਿ ਮੈਂ ਆਪਣੇ ਦੂਜੇ ਵੀਰ ਨੂੰ ਮਿਲ ਕੇ ਆਵਾਂ। ਪਿਆਰ ਦੇ ਨਾਲ ਮਿਲਣ ਵਾਸਤੇ ਗਿਆ, ਪਰ ਅੱਗੇ ਅਮੀਰ ਭਰਾ ਪਿੱਠ ਫੇਰ ਕੇ ਬਹਿ ਗਿਆ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ, ਪੀਠ ਫਿਰਾਏ, ਅੱਗੇ ਉਹ ਪਿੱਠ ਫੇਰ ਕੇ ਬਹਿ ਗਿਆ ਕਿ ਸ਼ਾਇਦ ਕੁਝ ਮੰਗਣ ਵਾਸਤੇ ਆਇਆ ਹੋਊਗਾ। ਐਸਾ ਹੁੰਦਾ ਹੈ ਨਾ ਆਮ ਦੁਨੀਆ ਦੇ ਅੰਦਰ। ਆਮ ਕਹਾਵਤ ਹੈ ਨਾ ਕਿ ਗਰੀਬ ਰਿਸ਼ਤੇਦਾਰਾਂ ਦੇ ਤੇ ਲੋਕਾਂ ਨੂੰ ਫੋਨ ਨੰਬਰ ਵੀ ਭੁੱਲ ਜਾਂਦੇ ਨੇ। ਇਸ ਲਈ ਜੋ ਜੀਵਨ ਮੁਕਤ ਹੈ, ਉਸ ਬੰਦੇ ਵਾਸਤੇ ਅਮੀਰ ਔਰ ਗਰੀਬ ਦਾ ਕੋਈ ਫਰਕ ਨਹੀਂ। ਉਹਦਾ ਵਿਹਾਰ ਦੋਵਾਂ ਵਾਸਤੇ ਇੱਕੋ ਜਿਹਾ ਪਿਆਰ ਭਰਿਆ ਸੱਚਾ ਹੁੰਦਾ ਹੈ। ਜੋ ਵਰਤਾਏ ਸਾਈ ਜੁਗਤ। ਜੁਗਤ ਦਾ ਮਤਲਬ ਹੈ ਰਸਤਾ, ਤਰੀਕਾ, ਜੀਵਨ ਦਾ ਢੰਗ। ਜੋ ਵਰਤਾਏ ਦਾ ਮਤਲਬ ਜੋ ਪ੍ਰਭੂ ਵਰਤਾਉਂਦਾ ਹੈ, ਜੋ ਰੱਬ ਦੀ ਰਜ਼ਾ ਹੈ। ਜੋ ਵਰਤਾਏ, ਜੋ ਪ੍ਰਭੂ ਵਰਤਾਉਂਦਾ ਹੈ। ਸਾਈ ਜੁਗਤ, ਜੀਵਨ ਮੁਕਤ ਪੁਰਸ਼ ਵਾਸਤੇ ਉਹੀ ਜ਼ਿੰਦਗੀ ਦਾ ਸਭ ਤੋਂ ਚੰਗਾ ਰਾਸਤਾ ਹੈ, ਗਾਡੀ ਰਾਹ ਹੈ। ਉਹ ਜੀਵਨ ਦੀ ਜੁਗਤੀ ਨੂੰ ਚੰਗੀ ਸਮਝਦਾ ਹੈ। ਤਾਂ ਜੇ ਅਸੀਂ ਹੁਣ ਇਹ ਵੇਖਣਾ ਹੋਵੇ ਕਿ ਵੇ ਆਫ ਲਾਈਫ, ਜੀਵਨ ਦੀ ਜੁਗਤ, ਕਿਹੜਾ ਜੀਵਨ ਦਾ ਢੰਗ ਚੰਗਾ ਹੈ, ਹਰ ਇੱਕ ਦਾ ਆਪਣਾ ਆਪਣਾ ਹੈ ਨਾ। ਆਪਣੇ ਆਪਣੇ ਹਿਸਾਬ ਦੇ ਨਾਲ ਹਰ ਬੰਦਾ ਕਹਿੰਦਾ ਹੈ ਕਿ ਜੀਵਨ ਦਾ ਢੰਗ ਇਹ ਚੰਗਾ ਹੈ ਜਾਂ ਦੂਜਾ ਚੰਗਾ ਹੈ, ਤੀਜਾ। ਯੂਨੀਵਰਸਲ ਟਰੁੱਥ ਕੀ ਹੈ? ਗੁਰੂ ਜੀ ਯੂਨੀਵਰਸਲ ਟਰੁੱਥ ਦੀ ਗੱਲ ਕਰ ਰਹੇ ਨੇ ਕਿ ਜੋ ਰੱਬ ਦੀ ਰਜ਼ਾ ਦੇ ਅੰਦਰ ਹੋ ਰਿਹਾ ਹੈ, ਉਸ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਦੁਨੀਆ ਦਾ ਸਭ ਤੋਂ ਚੰਗਾ ਜੀਵਨ ਦਾ ਢੰਗ ਹੈ। ਉਸ ਜੀਵਨ ਢੰਗ ਦੇ ਅੰਦਰ ਖੁਸ਼ੀਆਂ ਨੇ, ਖੇੜੇ ਨੇ, ਰਜ਼ਾ ਦੇ ਅੰਦਰ ਰਹਿਣਾ, ਭਾਣੇ ਦੇ ਵਿੱਚ ਰਹਿਣਾ। ਹੁਣ ਦੇਖੋ, ਅਸੀਂ ਸਾਰੇ ਹੀ ਵੀਰ ਭੈਣਾਂ ਗ੍ਰਸਤੀ ਹਾਂ। ਅਸੀਂ ਗ੍ਰਸਤੀ ਜ਼ਿੰਦਗੀ ਜੀ ਰਹੇ ਹਾਂ। ਸਾਡੇ ਸਾਰਿਆਂ ਦੇ ਮਿੱਠੇ ਕੌੜੇ ਤਜਰਬੇ ਨੇ, ਕਿਸੇ ਦੇ ਚੰਗੇ, ਕਿਸੇ ਦੇ ਮੰਦੇ। ਸਾਨੂੰ ਸਾਰੇ ਤਜਰਬੇ ਨੇ। ਘਰਾਂ ਦੇ ਵਿੱਚ ਛੋਟੀ ਮੋਟੀ ਕਲ ਦੂਰੀਆਂ ਜਾਂ ਹੋਰ ਕਈ ਕਿਸਮ ਦੇ ਵਾਦ ਵਿਵਾਦ, ਇਹ ਹਰ ਘਰ ਪਰਿਵਾਰ ਵਿੱਚ ਵਾਪਰਦੇ ਨੇ ਜਾਂ ਅਸੀਂ ਵਾਪਰਦੇ ਵੇਖਦੇ ਹਾਂ। ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਘਰਾਂ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਕਿਉਂ ਪ੍ਰੋਬਲਮ ਆਉਂਦੀ ਹੈ? ਕਿਉਂਕਿ ਅਸੀਂ ਆਪਣੇ ਫਰਜ਼ਾਂ ਤੋਂ ਨੱਸ ਜਾਂਦੇ ਹਾਂ। ਸਾਡੇ ਘਰ ਵਿੱਚ ਪ੍ਰੋਬਲਮ ਹੈ ਤਾਂ ਉਹ ਤਾਂ ਹੈ ਕਿ ਸਾਡੇ ਘਰ ਤੋਂ ਕਿਸੇ ਨੇ ਆਪਣੇ ਫਰਜ਼ਾਂ ਵਿੱਚ ਕੁਤਾਹੀ ਕੀਤੀ ਹੈ। ਚਾਹੇ ਉਹ ਮੈਂ ਕੀਤੀ ਹੈ, ਮੇਰੇ ਬੱਚਿਆਂ ਨੇ ਕੀਤੀ ਹੈ, ਜਾਂ ਮੇਰੀ ਘਰਵਾਲੀ ਨੇ ਕੀਤੀ ਹੈ। ਕਿਸੇ ਨੇ ਕੁਤਾਹੀ ਕੀਤੀ ਹੈ ਤਾਂ ਘਰ ਦੇ ਅੰਦਰ ਕਲਕਲ ਹੋਈ ਹੈ। ਤੇ ਜੇ ਆਪਣੇ ਫਰਜ਼ਾਂ ਤੋਂ ਕੁਤਾਹੀ ਕੋਈ ਨਾ ਕਰੇ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਨਿਭਾਏ, ਤਾਂ ਫਿਰ ਘਰ ਦੇ ਅੰਦਰ, ਸਮਾਜ ਵਿੱਚ ਕਲਕਲ ਨਹੀਂ ਹੋਏਗੀ। ਸਿੰਪਲ ਗੱਲ ਹੈ ਨਾ, ਸਧਾਰਨ, ਸੌਖੀ। ਤਾਂ ਗੁਰੂ ਜੀ ਕਹਿੰਦੇ ਨੇ ਜੋ ਜੀਵਨ ਮੁਕਤ ਪੁਰਸ਼ ਹੈ, ਜਿਉਂਦਾ ਹੀ ਜੋ ਮੁਕਤੀ ਦਾ ਆਨੰਦ ਮਾਣਦਾ ਹੈ, ਉਹਦੇ ਵਾਸਤੇ ਜੀਵਨ ਦੀ ਸਭ ਤੋਂ ਚੰਗੀ ਜੁਗਤੀ, ਵੇ ਆਫ ਲਾਈਫ ਹੈ, ਰੱਬ ਦੀ ਰਜ਼ਾ ਦੇ ਅੰਦਰ ਰਹਿਣਾ, ਸਿਸਟਮ ਦੇ ਅੰਦਰ ਰਹਿਣਾ। ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਗੁਰੂ ਜੀ ਕਹਿੰਦੇ ਨੇ ਐਸੇ ਇਨਸਾਨ ਨੂੰ ਜਿਉਂਦਾ ਹੀ ਮੁਕਤ ਕਿਹਾ ਜਾ ਸਕਦਾ ਹੈ ਕਿ ਇਹ ਬੰਦਾ ਮੁਕਤ ਹੈ, ਇਸ ਬੰਦੇ ਨੇ ਮੁਕਤੀ ਹਾਸਲ ਕਰ ਲਈ ਹੈ, ਇਸ ਬੰਦੇ ਨੇ ਮੁਕਤੀ ਹਾਸਲ ਕਰ ਲਈ। ਹੁਣ ਦੇਖੋ, ਜੇ ਅਸੀਂ ਇਹ ਜੋ 7ਵਾਂ ਪਦਾ ਹੈ 9ਵੀਂ ਅਸ਼ਟਪਦੀ ਦਾ, ਜੇ ਅਸੀਂ ਇਹਦੇ ਤੇ ਅਮਲ ਕਰ ਲਈਏ ਤਾਂ ਦੁਨੀਆ ਦਾ ਹਰ ਇਨਸਾਨ ਜੀਵਨ ਮੁਕਤ ਹੋ ਸਕਦਾ ਹੈ, ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੇ ਅਸੀਂ ਇਸ ਪਦੇ ਨੂੰ ਸਮਝ ਲਈਏ, ਇਹਦੇ ਤੇ ਵਿਸ਼ਵਾਸ ਬਣਾ ਲਈਏ,
ਤਾਂ ਜਿੰਨੇ ਵੀ ਸਾਡੇ ਮੁਕਤੀ ਵਾਲੇ ਭਰਮ ਭੁਲੇਖੇ ਨੇ ਉਹ ਸਾਰੇ ਦੂਰ ਹੋ ਜਾਣਗੇ। ਸਾਨੂੰ ਸਮਝ ਆ ਜਾਏਗੀ ਕਿ ਮਰਨ ਤੋਂ ਬਾਅਦ ਮੁਕਤੀ ਨਹੀਂ, ਜਿਉਂਦਿਆਂ ਮੁਕਤੀ ਹੈ। ਮਰਨ ਤੋਂ ਬਾਅਦ ਥੋੜੀ ਵਿਹਾਰ ਹੋਣਾ ਹੈ ਸਾਰਿਆਂ ਦੇ ਨਾਲ ਇੱਕੋ ਜਿਹਾ। ਸੋਨੇ ਮਿੱਟੀ, ਮੁਰਦੇ ਨੂੰ ਕੀ ਪਤਾ ਵੀ ਸੋਨਾ ਕੀ ਤੇ ਮਿੱਟੀ। ਮੁਰਦੇ ਨੇ ਕਿਹੜਾ ਬੇਗਾਨੇ ਹੱਕ ਖਾਣੇ ਨੇ, ਮੁਰਦੇ ਨੇ ਕਿਹੜਾ ਲਾਲਚ ਕਰਨਾ ਹੈ, ਮੁਰਦੇ ਨੇ ਕਿਹੜਾ ਡੋਲਣਾ ਹੈ। ਇਹ ਸਾਰੇ ਔਗਣ ਤਾਂ ਜਿਉਂਦੇ ਮਨੁੱਖ ਵਿੱਚ ਨੇ, ਔਰ ਜਿਉਂਦੇ ਮਨੁੱਖ ਨੇ ਹੀ ਇਹਨਾਂ ਔਗਣਾਂ ਤੋਂ ਬਚਣਾ ਹੈ। ਤੇ ਸੁੱਖ ਔਰ ਦੁੱਖ ਵੀ ਜਿਉਂਦੇ ਮਨੁੱਖ ਨੂੰ ਨੇ। ਜੇ ਸੁਖੀ ਹੋਣਾ ਚਾਹੁੰਦਾ ਹੈ ਤਾਂ ਜਿਉਂਦੇ ਨੇ ਹੋਣਾ ਹੈ ਨਾ, ਮੁਰਦੇ ਨੂੰ ਤੇ ਕੋਈ ਦੁੱਖ ਨਹੀਂ। ਜੇ ਬੁਖਾਰ ਦੇ ਨਾਲ ਮਰਿਆ ਵੀ ਹੋਏ ਨਾ ਬੰਦਾ, ਕੋਈ ਬੁਖਾਰ ਨਾਲ ਮਰਿਆ ਹੋਏ ਤਾਂ ਉਹਦਾ ਤੇ ਬੁਖਾਰ ਵੀ ਲੈ ਜਾਂਦਾ, ਮੁਰਦੇ ਨੂੰ ਬੁਖਾਰ ਥੋੜਾ ਹੁੰਦਾ। ਉਹਦੇ ਤੇ ਸਾਰੇ ਚਿੰਤਾਵਾਂ ਝੋਰੇ ਸਾਰੇ ਕੁਝ ਖਤਮ ਹੀ ਹੋ ਜਾਂਦੇ ਨੇ ਸਗੋਂ। ਇਸ ਲਈ ਜਿਉਂਦਿਆਂ ਜ਼ਿੰਦਗੀ ਦੇ ਅੰਦਰ ਅਸੀਂ ਇਹ ਮੁਕਤੀ ਹਾਸਲ ਕਰਨੀ ਹੈ। ਤੇ ਮੁਕਤ ਉਹ ਹੈ ਜਿਹੜਾ ਇਹਨਾਂ ਗੁਣਾਂ ਦਾ ਧਾਰਨੀ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ। ਇਸ ਲਈ ਜੋ ਅਸੀਂ ਇਸ ਕਲਾਸ ਦੇ ਅੰਦਰ ਵਿਚਾਰ ਕਰ ਰਹੇ ਹਾਂ ਨਾ, ਇਹ ਸਾਡਾ ਇੱਕ ਪਰਿਵਾਰ ਹੈ, ਪੂਰੀ ਦੀ ਪੂਰੀ ਕਲਾਸ। ਤੇ ਅਸੀਂ ਸਾਰੇ ਭੈਣ ਭਰਾ ਜੀਵਨ ਜੁਗਤ ਸਿੱਖਣ ਦੀ ਟਰਾਈ ਕਰ ਰਹੇ ਹਾਂ। ਤੇ ਅਸੀਂ ਇਸ ਜੀਵਨ ਜੁਗਤ ਨੂੰ ਅਪਣਾਉਣਾ ਹੈ, ਇਹਨਾਂ ਚੀਜ਼ਾਂ ਤੇ ਅਮਲ ਕਰਨਾ ਹੈ। ਜਦੋਂ ਅਸੀਂ ਅਮਲ ਕਰਾਂਗੇ ਨਾ ਤਾਂ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਆ ਜਾਣਗੀਆਂ। ਹਕੀਕਤ ਹੈ, ਜੀਵਨ ਬਦਲ ਜਾਏਗਾ। ਜ਼ਿੰਦਗੀ ਹੈਰਾਨੀਜਨਕ, ਜ਼ਿੰਦਗੀ ਦੇ ਅੰਦਰ ਹੈਰਾਨੀਜਨਕ ਤਬਦੀਲੀਆਂ ਆ ਜਾਣ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਪਾਰ ਬ੍ਰਹਮ ਕੇ ਸਗਲੇ ਠਾਉ। ਹੁਣ ਰੱਬ ਬਾਰੇ ਦੱਸ ਰਹੇ ਨੇ ਕਿ ਰੱਬ ਕਿੱਥੇ ਹੈ। ਹੁਣ ਰੱਬ ਕੋਈ ਐਸਾ ਥੋੜਾ ਕਿ ਮਰਨ ਤੋਂ ਬਾਅਦ ਉਹਦੇ ਵਿੱਚ ਮਿਲਣਾ ਹੈ, ਜਾਂ ਉਹ ਕਿਤੇ ਸਵਰਗ ਵਿੱਚ ਬੈਠਾ ਹੈ, ਜਾਂ ਉਹ ਜੰਨਤ ਵਿੱਚ ਬੈਠਾ ਹੈ, ਜਾਂ ਬੈਕੁੰਠ ਵਿੱਚ ਬੈਠਾ ਹੈ, ਜਾਂ ਵੱਖਰਾ ਸੱਚਖੰਡ ਬਣਾ ਕੇ ਬੈਠਾ ਹੈ। ਐਸਾ ਉਹਦਾ ਕੋਈ ਥਾਂ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਪਾਰ ਬ੍ਰਹਮ ਕੇ ਸਗਲੇ ਠਾਉ। ਸਾਰੇ ਥਾਂ ਰੱਬ ਦੇ ਨੇ। ਕਿਹੜੇ ਥਾਂ? ਆ ਸਰੀਰ ਨਹੀਂ, ਸਾਰੇ ਸਰੀਰ ਇਹ ਰੱਬ ਦਾ ਹੀ ਨਿਵਾਸ ਹੈ। ਜਰਰੇ ਜਰਰੇ ਦੇ ਅੰਦਰ ਉਹ ਆਪ ਹੀ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਵਸੈ। ਹਰ ਹਿਰਦੇ ਵਿੱਚ, ਹਰ ਸਰੀਰ ਦੇ ਅੰਦਰ ਉਸ ਮਾਲਕ ਦਾ ਨਿਵਾਸ ਹੈ। ਹਰ ਥਾਂ ਦੇ ਉੱਤੇ ਉਹ ਵਸ ਰਿਹਾ ਹੈ। ਔਰ ਇਹ ਗੱਲ ਸਮਝਣ ਵਾਲੀ ਹੈ। ਦੇਖੋ, ਹਰ ਥਾਂ ਦੇ ਉੱਤੇ ਅਸੀਂ ਸੱਚ ਨੂੰ ਅਪਣਾ ਸਕਦੇ ਹਾਂ। ਕੋਈ ਥਾਂ ਐਸਾ ਹੈ ਜਿੱਥੇ ਸੱਚ ਨਾ ਹੋਵੇ, ਭੈਤਾ ਨਿਰਵੈਰਤਾ ਨਾ ਹੋਵੇ, ਦਇਆ ਨਾ ਹੋਵੇ, ਜਾਂ ਕੋਈ ਸਰੀਰ ਐਸਾ ਹੈ ਜਿਹਦੇ ਵਿੱਚ ਰੱਬ ਨੇ ਇਹ ਗੁਣ ਨਾ ਪਾਏ ਹੋਣ। ਰੱਬ ਤਾਂ ਗੁਣ ਸਰੂਪ ਹੋ ਕੇ ਹਰ ਥਾਂ ਦੇ ਉੱਤੇ, ਹਰ ਸਰੀਰ ਵਿੱਚ ਵਸ ਰਿਹਾ ਹੈ। ਤੇ ਰੱਬ ਦੀ ਜਿਹੜੀ ਰਜ਼ਾ ਹੈ, ਰੱਬ ਦੇ ਜੋ ਸਿਸਟਮ ਹੈ, ਕਾਨੂੰਨ ਹੈ, ਉਹ ਪੂਰੀ ਦੁਨੀਆ ਦੇ ਅੰਦਰ ਲਾਗੂ ਹੈ। ਪਾਰ ਬ੍ਰਹਮ ਕੇ ਸਗਲੇ ਠਾਉ। ਸਾਰੇ ਥਾਂ ਰੱਬ ਦੇ ਨੇ, ਸਾਰਾ ਸੰਸਾਰ ਰੱਬ ਦਾ ਨਿਵਾਸ ਹੈ। ਹਰ ਸਰੀਰ ਦੇ ਅੰਦਰ ਵਸ ਰਿਹਾ ਹੈ। ਹਰ ਮੰਦਰ ਇਹ ਸਰੀਰ ਹੈ, ਇਹ ਹਰੀ ਦਾ ਮੰਦਰ ਹੈ। ਸਰੀਰ ਸਾਡਾ ਰੱਬ ਦਾ ਘਰ ਹੈ। ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ। ਤੇ ਜਿਹੋ ਜਿਹੇ ਘਰ ਦੇ ਵਿੱਚ ਜੀਵਾਂ ਨੂੰ ਰੱਖਦਾ ਹੈ, ਜਾਂ ਜੀਵ ਆਪਣੇ ਆਪ ਨੂੰ ਰੱਖਦੇ ਨੇ, ਉਹੋ ਜਿਹਾ ਉਹਨਾਂ ਦਾ ਨਾਂ ਪੈ ਜਾਂਦਾ ਹੈ। ਜਿਹੋ ਜਿਹੇ ਘਰ ਦੇ ਵਿੱਚ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ। ਜਿਹੋ ਜਿਹੇ ਕੋਈ ਕੰਮ ਕਰਦਾ ਹੈ। ਅਸੀਂ ਪਿੱਛੇ ਪੜ੍ਹਿਆ ਹੈ ਨਾ ਕਿ ਭਗਉਤੀ ਨੇ ਕੁਝ ਲੋਕ ਜੋ ਨੱਚ ਟੱਪ ਰਹੇ ਨੇ, ਜਿਹੜੇ ਉਹ ਕੰਮ ਕਰ ਰਹੇ ਨੇ, ਉਹਨਾਂ ਦਾ ਨਾਮ ਭਗਉਤੀ ਪੈ ਗਿਆ। ਜਿਹੜੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ, ਵਿਖਾਵਾ ਕਰ ਰਹੇ ਨੇ, ਉਹਨਾਂ ਨੂੰ ਤਿਆਗੀ ਕਹਿਣਾ ਸ਼ੁਰੂ ਕਰ ਦਿੱਤਾ। ਜੇ ਕੋਈ ਪਾਪ ਕਰ ਰਿਹਾ ਹੈ, ਉਹਦਾ ਨਾਂ ਪਾਪੀ ਪੈ ਗਿਆ। ਜੋ ਧਰਮ ਕਮਾ ਰਿਹਾ ਹੈ, ਉਹਦਾ ਨਾਂ ਧਰਮੀ ਪੈ ਗਿਆ। ਜੋ ਪਾਪ ਕਮਾਵੇ, ਜੋ ਧਰਮ ਕਮਾਵੇ, ਤਿਸ ਧਰਮ ਨਾਉ ਹੋਵੇ। ਪਾਪ ਕਮਾਣੇ ਪਾਪੀ ਜਾਣੀਏ। ਜਿਹੜਾ ਫਿੱਕਾ ਬੋਲਦਾ ਹੈ, ਉਹਦਾ ਨਾਂ ਫਿੱਕਾ ਪੈ ਜਾਂਦਾ। ਫਲਾਂ ਬੰਦਾ ਬੜਾ ਬੜਬੋਲਾ ਹੈ। ਅਸੀਂ ਕਹਿੰਦੇ ਨਾ ਬੜਬੋਲਾ ਹੈ, ਬਈ ਫਲਾਂ ਬੰਦਾ ਤਾਂ ਰੱਬ ਵਰਗਾ ਹੈ। ਮਤਲਬ ਕੀ ਹੈ? ਫਲਾਂ ਬੰਦਾ ਉਹ ਤੇ ਕਾਂ ਦੀ ਤਰ੍ਹਾਂ ਕਾਂ ਕਾਂ ਕਰਦਾ ਹੈ, ਤਾਂ ਉਹੋ ਜਿਹਾ ਨਾਂ ਪੈ ਜਾਂਦਾ ਉਹਦਾ। ਹੁਣ ਅਸੀਂ ਆਪਣਾ ਨਾਮ ਕੈਸਾ ਪਵਾਉਣਾ ਚਾਹੁੰਦੇ ਹਾਂ? ਅਸੀਂ ਕਿਸੇ ਨੂੰ ਡੰਡੇ ਦੇ ਜ਼ੋਰ ਨਾਲ ਨਹੀਂ ਕਹਿ ਸਕਦੇ ਕਿ ਸਾਨੂੰ ਚੰਗਾ ਕਹੋ ਜਾਂ ਸਾਨੂੰ ਮੰਦਾ ਨਾ ਕਹੋ। ਜੇ ਚੰਗੇ ਕੰਮ ਕਰਾਂਗੇ ਤੇ ਲੋਕੀ ਆਪ ਚੰਗਾ ਕਹਿਣਗੇ।
ਮੰਦੇ ਕੰਮ ਕਰਾਂਗੇ ਤੇ ਲੋਕਾਂ ਦੇ ਕਹਿਣ ਨਾ ਕਹਿਣ ਤੇ ਸਾਡੇ ਨਾ ਕਹਿਣ ਤੇ ਵੀ ਲੋਕ ਕਹਿਣਗੇ ਬੰਦਾ ਹੈ। ਗੁਲਾਬ ਦੇ ਫੁੱਲ ਨੂੰ ਲੋਕੀ ਫੁੱਲ ਹੀ ਕਹਿਣਗੇ ਤੇ ਕੰਡਾ ਜਿੰਨਾ ਮਰਜ਼ੀ ਕੱਪੜੇ ਪਾੜਦਾ ਰਹੇ, ਚੁੱਭਦਾ ਰਵੇ ਕਿ ਤੁਸੀਂ ਮੈਨੂੰ ਕਹੋ ਕਿ ਮੈਂ ਕੋਮਲ ਹਾਂ, ਨਹੀਂ ਤੇ ਮੈਂ ਤੁਹਾਨੂੰ ਚੁੱਭਾਂਗਾ। ਜਿੰਨਾ ਮਰਜ਼ੀ ਚੁੱਭਦਾ ਰਵੇ, ਲੋਕ ਕੋਮਲ ਥੋੜੀ ਕਹਿਣਗੇ, ਕਠੋਰ ਹੀ ਕਹਿਣਗੇ, ਕਿਉਂਕਿ ਹੈ ਹੀ ਕਠੋਰ। ਤਾਂ ਜਿਹੋ ਜਿਹੇ ਕੰਮ ਕਰਾਂਗੇ ਵੈਸਾ ਨਾਮ ਪੈ ਜਾਏਗਾ। ਜਿਤ ਜਿਤ ਕਰ ਰੱਖੇ ਤੈਸਾ ਤਿਨ ਨਾਉ, ਆਪੇ ਕਰਨ ਕਰਾਵਨ ਜੋਗ। ਜੋਗ ਦਾ ਮਤਲਬ ਸਮਰੱਥ, ਤਾਕਤ ਵਾਲਾ। ਪ੍ਰਭੂ ਸਭ ਕੁਝ ਕਰਨ ਦੀ ਔਰ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਰੱਖਦਾ ਹੈ। ਕਰਨ ਔਰ ਕਰਾਉਣ ਦੇ ਸਮਰੱਥ ਹੈ। ਉਹਦੇ ਹੁਕਮ ਦੇ ਅੰਦਰ ਸਾਰਾ ਕੁਝ ਪੈਦਾ ਹੋ ਰਿਹਾ ਹੈ ਤੇ ਉਹਦੇ ਹੁਕਮ ਦੇ ਅੰਦਰ ਅਸੀਂ ਕਾਰਜ ਕਰ ਰਹੇ ਹਾਂ। ਜਿਵੇਂ ਆਪਾਂ ਰੋਜ਼ ਇਸ ਚੀਜ਼ ਦੀ ਵਿਚਾਰ ਕਰ ਰਹੇ ਹਾਂ ਕਿ ਹੁਕਮ ਤੋਂ ਬਾਹਰ ਅਸੀਂ ਭਾਈ ਕੁਝ ਨਹੀਂ ਕਰ ਸਕਦੇ, ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਮੈਂ ਆਮ ਮਿਸਾਲ ਦੇ ਰਿਹਾ ਕਿ ਜੇ ਅਸੀਂ ਚਾਹੀਏ ਮੱਛੀਆਂ ਡੱਡੂਆਂ ਦੀ ਤਰ੍ਹਾਂ ਪਾਣੀ ਵਿੱਚ ਰਹਿਣਾ ਤਾਂ ਨਹੀਂ ਰਹਿ ਪਾਵਾਂਗੇ, ਕਿਉਂਕਿ ਸਿਸਟਮ ਨਹੀਂ ਹੈ ਨਾ ਸਾਡਾ। ਤਾਂ ਸਿਸਟਮ ਦੇ ਅੰਦਰ ਰੱਬ ਸਾਰਿਆਂ ਨੂੰ ਰੱਖ ਰਿਹਾ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ ਔਰ ਸਭ ਦੇ ਅੰਦਰ ਸਭ ਥਾਂ ਦੇ ਉੱਤੇ ਉਹ ਸਮਾਇਆ ਹੋਇਆ ਹੈ। ਉਹਦੇ ਤੋਂ ਬਾਹਰ ਕੁਝ ਵੀ ਨਹੀਂ। ਪ੍ਰਭ ਭਾਵੈ ਸੋਈ ਫੁਨ ਹੋਗ। ਫੁਨ ਦਾ ਮਤਲਬ ਫੇਰ। ਪ੍ਰਭੂ ਨੂੰ ਜੋ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਉਹੀ ਹੋਵੇਗਾ। ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਪ੍ਰਭੂ ਨੂੰ ਚੰਗਾ ਲੱਗਣ ਦਾ ਮਤਲਬ ਜੋ ਪ੍ਰਭੂ ਦੀ ਰਜ਼ਾ ਹੈ, ਜੋ ਪ੍ਰਭੂ ਦਾ ਭਾਣਾ ਹੈ, ਹੁਕਮ ਹੈ, ਯਾਨੀ ਜੋ ਸਿਸਟਮ ਹੈ, ਜੋ ਲਾ ਆਫ ਨੇਚਰ ਹੈ, ਉਹੀ ਹੋਏਗਾ। ਕਿ ਲਾ ਆਫ ਨੇਚਰ ਤੋਂ, ਕੁਦਰਤ ਦੀ ਨੇਮਾਂ ਤੋਂ ਬਾਹਰ, ਰੱਬੀ ਰਜ਼ਾ ਤੋਂ ਬਾਹਰ ਅਸੀਂ ਕੁਝ ਕਰ ਸਕਦੇ ਹਾਂ? ਨੇਮਾਂ ਤੋਂ ਬਾਹਰ ਕੁਝ ਨਹੀਂ ਕਰ ਸਕਦੇ। ਹਾਂ, ਕੁਦਰਤੀ ਨੇਮਾਂ ਨੂੰ ਸਮਝ ਕੇ ਉਹਨਾਂ ਮੁਤਾਬਕ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਬੰਦੇ ਨੇ ਬਹੁਤ ਕੁਝ ਕੀਤਾ ਹੈ, ਬਹੁਤ ਕੁਝ ਕਰੇਗਾ, ਬਹੁਤ ਕੁਝ ਖੋਜਿਆ ਹੈ, ਬਹੁਤ ਕੁਝ ਖੋਜ ਰਿਹਾ ਹੈ, ਬਹੁਤ ਕੁਝ ਖੋਜੇਗਾ, ਲੇਕਿਨ ਨੇਮਾਂ ਦੇ ਅੰਦਰ ਹੋਏਗਾ। ਨੇਮ ਤੋਂ ਬਾਹਰ ਨਹੀਂ, ਨਿਯਮ ਤੋਂ ਬਾਹਰ ਨਹੀਂ ਹੈ। ਜਿਵੇਂ ਜਿਵੇਂ ਕੁਦਰਤ ਦੇ ਨਿਯਮਾਂ ਨੂੰ ਬੰਦਾ ਸਮਝੇਗਾ, ਹੋਰ ਖੋਜੇਗਾ, ਹੋਰ ਆਪਣੇ ਵਾਸਤੇ ਸੁੱਖ ਸਹੂਲਤਾਂ ਇਹ ਪੈਦਾ ਕਰ ਸਕਦਾ ਹੈ, ਪਰ ਰਜ਼ਾ ਤੋਂ ਬਾਹਰ ਨਹੀਂ ਹੈ। ਇਹ ਰੱਬ ਦੀ ਰਜ਼ਾ, ਰੱਬ ਦਾ ਭਾਣਾ ਇਸ ਦੁਨੀਆਂ ਵਿੱਚ ਵਾਪਰਦਾ। ਪਸਰਿਓ ਆਪ ਹੋਏ ਅਨੰਤ ਤਰੰਗ। ਤਰੰਗ ਦਾ ਮਤਲਬ ਲਹਿਰਾਂ, ਪਸਰਿਓ ਦਾ ਮਤਲਬ ਖਿਲ ਰਿਹਾ ਹੋਇਆ ਹੈ। ਬੇਅੰਤ ਲਹਿਰਾਂ ਬਣ ਕੇ ਪ੍ਰਭੂ ਸਭ ਥਾਈਂ ਆਪ ਹੀ ਫੈਲਿਆ ਹੋਇਆ ਹੈ। ਲਹਿਰਾਂ ਹੋ ਕੇ ਉਹਨੇ ਆਪਣੇ ਆਪ ਨੂੰ ਫੈਲਾਇਆ ਹੋਇਆ ਹੈ, ਆਪ ਹੀ ਫੈਲਿਆ ਹੋਇਆ ਹੈ। ਹੁਣ ਜੇ ਚੀਜ਼ ਸਮਝ ਆ ਜਾਏ ਔਰ ਅਸੀਂ ਇਸ ਚੀਜ਼ ਨੂੰ ਸਮਝ ਲਈਏ ਤਾਂ ਸਾਡਾ ਜੀਣਾ ਕਿੰਨਾ ਸੌਖਾ ਹੋ ਜਾਏਗਾ ਕਿ ਪ੍ਰਭੂ ਆਪ ਹੀ ਪਸਰਿਆ ਹੋਇਆ ਹੈ। ਹੋਏ ਅਨੰਤ ਤਰੰਗ। ਹੁਣ ਸਮੁੰਦਰ ਹੈ ਤਾਂ ਸਮੁੰਦਰ ਵਿੱਚ ਕਿਤੇ ਲਹਿਰਾਂ ਨੇ, ਬੁਲਬੁਲੇ ਨੇ, ਝੱਗ ਨੇ, ਕਿੰਨੀਆਂ ਲਹਿਰਾਂ ਆ ਰਹੀਆਂ ਨੇ। ਤਾਂ ਲਹਿਰਾਂ ਵੱਖਰੀਆਂ ਥੋੜਾ ਨੇ, ਸਮੁੰਦਰ ਹੀ ਪਸਰਿਆ ਹੋਇਆ ਨਾ, ਪਾਣੀ ਪਸਰਿਆ ਹੋਇਆ ਹੈ ਸਮੁੰਦਰ ਦੇ ਵਿੱਚ। ਸਮੁੰਦਰ ਹੀ ਪਸਰਿਆ ਹੋਇਆ ਹੈ, ਅਨੇਕਾਂ ਲਹਿਰਾਂ ਬਣ ਕੇ, ਅਨੇਕਾਂ ਬੁਲਬੁਲੇ ਬਣ ਕੇ। ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ ਕਿ ਆ ਜਿੰਨਾ ਵੀ ਦਿਸਦਾ ਆਕਾਰ ਹੈ ਨਾ, ਚਾਹੇ ਧਰਤੀ, ਚੰਦਰਮਾ, ਸੂਰਜ ਵਗੈਰਾ ਨੇ, ਜਾਂ ਮਨੁੱਖ ਮਾਤਰ ਨੇ, ਪਸ਼ੂ ਪੰਛੀ ਨੇ, ਵਨਸਪਤੀ ਆਦਿਕ ਹੈ, ਇਹ ਸਾਰੀਆਂ ਉਹਦੀਆਂ ਹੀ ਲਹਿਰਾਂ ਨੇ। ਉਹ ਹੀ ਪਸਰਿਆ ਹੋਇਆ ਹੈ, ਇੱਕ ਹੀ ਪਸਰਿਆ ਹੋਇਆ ਹੈ। ਹੁਣ ਜੇ ਚੀਜ਼ ਸਮਝ ਆ ਜਾਏ ਔਰ ਅਸੀਂ ਇਹਨੂੰ ਮੰਨ ਲਈਏ ਤਾਂ ਫਿਰ ਰੱਬ ਦੇ ਦਰਸ਼ਨ ਹੋ ਰਹੇ ਨੇ ਕਿ ਨਹੀਂ ਸਾਰਿਆਂ ਨੂੰ? ਸਿਰ ਹਿਲਾ ਕੇ ਹਾਂ ਜਾਂ ਨਾ ਦੇ ਵਿੱਚ ਆਪ ਥੋੜਾ ਜਵਾਬ ਦਿਓਗੇ। ਜੇ ਅਸੀਂ ਸਮਝ ਲਈਏ ਕਿ ਰੱਬ ਹੀ ਫੈਲਿਆ ਹੋਇਆ ਲਹਿਰਾਂ ਰੂਪ ਵਿੱਚ, ਤਾਂ ਫਿਰ ਰੱਬ ਦੇ ਦਰਸ਼ਨ ਹੋ ਰਹੇ ਨੇ ਕਿ ਨਹੀਂ? ਫਿਰ ਤਾਂ ਇਹ ਸੰਸਾਰ ਰੱਬ ਦਾ ਰੂਪ ਦਿਸ ਰਿਹਾ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮੈਂ ਇੱਕ ਲਹਿਰ ਹਾਂ, ਤੁਸੀਂ ਇੱਕ ਲਹਿਰ ਹੋ, ਦੂਜਾ ਹੋਰ ਲਹਿਰ ਹੈ। ਬੁਲਬੁਲੇ ਹਾਂ ਅਸੀਂ, ਲਹਿਰਾਂ ਹਾਂ ਉਹ, ਇੱਕ ਦੀਆਂ ਹੀ ਲਹਿਰਾਂ ਹਾਂ। ਕੁਛ ਵੀ ਤਾਂ ਫਰਕ ਨਹੀਂ ਹੈ। ਫਰਕ ਤਾਂ ਕੇਵਲ ਸੋਚ ਦਾ ਨਾ। ਤੇ ਜੇ ਅਸੀਂ ਸਮਝ ਲਈਏ ਕਿ ਅਸੀਂ ਇੱਕ ਹੀ ਰੁੱਖ ਦੀਆਂ ਟਹਿਣੀਆਂ ਹਾਂ, ਇੱਕ ਦੀ ਰੁੱਖ ਦੇ ਅਸੀਂ ਫੁੱਲ ਔਰ ਫਲ ਹਾਂ, ਇੱਕ ਹੀ ਸਾਗਰ ਦੀਆਂ ਲਹਿਰਾਂ ਹਾਂ,
ਇੱਕ ਹੀ ਪ੍ਰਭੂ ਦਾ ਰੂਪ ਹਾਂ, ਤਾਂ ਕੀ ਫਿਰ ਇੱਕ ਦੂਜੇ ਨਾਲ ਅਸੀਂ ਵੈਰ ਕਮਾਵਾਂਗੇ? ਤੇ ਜੇ ਅਸੀਂ ਇੱਕ ਦੂਜੇ ਨਾਲ ਵੈਰ ਕਮਾਉਂਦੇ ਹਾਂ, ਈਰਖਾ ਕਰਦੇ ਹਾਂ, ਤਾਂ ਫਿਰ ਕੀ ਅਸੀਂ ਰੱਬ ਦਾ ਸਤਿਕਾਰ ਕਰ ਰਹੇ ਹਾਂ ਕਿ ਨਿਰਾਦਰ? ਰੱਬ ਦਾ ਸਤਿਕਾਰ ਕਿ ਨਿਰਾਦਰ? ਜੇ ਅਸੀਂ ਕਿਸੇ ਦੇ ਹੱਕ ਖਾ ਰਹੇ ਹਾਂ, ਕਿਸੇ ਨੂੰ ਅਸੀਂ ਬੁਰਾ ਭਲਾ ਕਹਿ ਰਹੇ ਹਾਂ, ਕਿਸੇ ਨੂੰ ਅਸੀਂ ਨੀਵਾਂ ਦਿਖਾ ਰਹੇ ਹਾਂ, ਕਿਸੇ ਦਾ ਅਸੀਂ ਸ਼ੋਸ਼ਣ ਕਰ ਰਹੇ ਹਾਂ, ਤਾਂ ਕਿ ਰੱਬ ਦਾ ਸ਼ੋਸ਼ਣ ਨਹੀਂ ਕਰ ਰਹੇ? ਤਾਂ ਸਮਝਣ ਦੀ ਜ਼ਰੂਰਤ ਹੈ, ਗੁਰੂ ਜੀ ਨੇ ਸਾਡੀ ਸੋਚ ਨੂੰ ਕਿੰਨਾ ਉੱਚਾ ਉਠਾਉਣ ਦਾ ਯਤਨ ਕੀਤਾ ਹੈ, ਮਨੁੱਖ ਨੂੰ ਰੱਬ ਵਰਗਾ ਬਣਾ ਕੇ ਪੇਸ਼ ਕੀਤਾ, ਕਿਉਂਕਿ ਹੈ ਹੀ ਇਹ ਰੱਬ ਦਾ ਰੂਪ, ਰੱਬ ਨਾਲੋਂ ਵੱਖਰਾ ਨਹੀਂ। ਆ ਸੰਸਾਰ ਰੱਬ ਨਾਲੋਂ ਵੱਖਰਾ ਨਹੀਂ, ਰੱਬ ਇਸ ਸੰਸਾਰ ਨਾਲੋਂ ਵੱਖਰਾ ਨਹੀਂ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਲਖੇ ਨਾ ਜਾਹੇ ਦਾ ਮਤਲਬ ਵੇਖੇ ਨਹੀਂ ਜਾਂਦੇ, ਯਾਨੀ ਬਿਆਨ ਨਹੀਂ ਕੀਤੇ ਜਾ ਸਕਦੇ। ਰੰਗ ਦਾ ਮਤਲਬ ਚੋਜ, ਤਮਾਸ਼ੇ, ਖੇਲ। ਅਕਾਲ ਪੁਰਖ ਦੇ ਜੋ ਖੇਲ ਨੇ, ਉਹਦੇ ਜੋ ਕੌਤਕ ਨੇ, ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਤ ਨਹੀਂ ਪਾਇਆ ਜਾ ਸਕਦਾ। ਜੇ ਕੋਈ ਇਸ ਦੁਨੀਆ ਦਾ, ਰੱਬ ਦੇ ਚੋਜ ਤਮਾਸ਼ਿਆਂ ਦਾ ਅੰਤ ਪਾਣਾ ਚਾਹੇ ਤਾਂ ਅੰਤ ਨਹੀਂ ਪਾਇਆ ਜਾ ਸਕਦਾ। ਇਹਦਾ ਆਨੰਦ ਮਾਣਿਆ ਜਾ ਸਕਦਾ ਹੈ। ਰਜਾ ਵਿੱਚ ਰਹਿ ਕੇ ਜ਼ਿੰਦਗੀ ਖੁਸ਼ਹਾਲ ਬਣਾਈ ਜਾ ਸਕਦੀ ਹੈ, ਪ੍ਰਸੰਨਤਾ ਮਾਣੀ ਜਾ ਸਕਦੀ ਹੈ, ਚੜ੍ਹਦੀ ਕਲਾ ਵਿੱਚ ਜੀਵਿਆ ਜਾ ਸਕਦਾ ਹੈ, ਪਿਆਰ ਮੁਹੱਬਤ ਦੇ ਨਾਲ ਜੀਵਿਆ ਜਾ ਸਕਦਾ ਹੈ, ਜੀਵਨ ਮੁਕਤ ਹੋਇਆ ਜਾ ਸਕਦਾ ਹੈ, ਰੱਬ ਦੇ ਅੰਦਰ ਅਪੇਦ ਹੋ ਕੇ, ਰੱਬ ਵਰਗੇ ਹੋ ਕੇ ਜੀਆ ਜਾ ਸਕਦਾ ਹੈ, ਪਰ ਅੰਤ ਨਹੀਂ ਜਾਣਿਆ ਜਾਂਦਾ। ਅਗਲਾ ਵਚਨ ਕਰਦੇ ਨੇ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ। ਜਿਹੋ ਜੀ ਅਕਲ ਦਿੰਦਾ ਹੈ, ਉਹੋ ਜਿਹਾ ਜ਼ਹੂਰ, ਉਹੋ ਜਿਹਾ ਜੀਵ ਦੇ ਅੰਦਰ ਪ੍ਰਕਾਸ਼ ਹੋ ਜਾਂਦਾ। ਅਕਲ ਹੈ ਨਾ, ਹੁਣ ਜਿਹੋ ਜੀ ਅਕਲ ਅਸੀਂ ਲਵਾਂਗੇ, ਅਕਲ ਰੱਬ ਦਵੇਗਾ, ਤਾਂ ਅਕਲ ਕੈਸੀ ਦਵੇਗਾ? ਜੈਸੀ ਅਸੀਂ ਲੈਣੀ ਚਾਹਾਂਗੇ। ਅਸੀਂ ਹੁਣ ਅਕਲ ਲੈਂਦੇ ਕਿੱਥੋਂ ਆ, ਇਹਦੇ ਤੇ ਡਿਪੈਂਡ ਕਰੇਗਾ। ਅਕਲ ਕਿੱਥੋਂ ਲੈ ਰਹੇ ਹਾਂ? ਸਾਡੀ ਜੋ ਸੋਚ ਹੈ, ਉਹਦਾ ਬੇਸ ਕੀ ਹੈ? ਯੂਨੀਵਰਸਲ ਟਰੁੱਥ ਜਾਂ ਸੀਮਤ ਸੋਚ? ਜੈਸੀ ਅਕਲ ਹੋਏਗੀ, ਵੈਸਾ ਉਹਦੇ ਅੰਦਰ ਪ੍ਰਕਾਸ਼ ਹੋਏਗਾ, ਭਾਵ ਵੈਸੇ ਹੀ ਉਹ ਕਰਮ ਕਰੇਗਾ। ਹੁਣ ਅਕਲ ਹੈ ਨਾ, ਕਿ ਇੱਕ ਬੰਦਾ ਅੰਗੂਰ ਤੋਂ ਦਵਾਈ ਬਣਾ ਰਿਹਾ ਹੈ, ਕਿ ਜਦੋਂ ਤੱਕ ਅੰਗੂਰ ਨੇ, ਉਹਨਾਂ ਅੰਗੂਰਾਂ ਨੂੰ ਖਾ ਕੇ ਅਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ। ਪਰ ਅੰਗੂਰ ਬਹੁਤ ਜ਼ਿਆਦਾ ਨੇ, ਜਿਹੜੇ ਖਾਣ ਤੋਂ ਵਾਧੂ ਨੇ, ਔਰ ਹੋ ਸਕਦਾ ਹੈ ਸੀਜ਼ਨ ਤੋਂ ਬਾਅਦ ਅੰਗੂਰ ਖਤਮ ਹੋਣਗੇ, ਤਾਂ ਉਹਨਾਂ ਅੰਗੂਰਾਂ ਦੀ ਇੱਕ ਬੰਦੇ ਨੇ ਦਵਾਈ ਬਣਾ ਲਈ ਕਿ ਅੰਗੂਰਾਂ ਦੀ ਗੈਰ ਹਾਜ਼ਰੀ ਵਿੱਚ ਉਹ ਦਵਾਈ ਕੰਮ ਕਰ ਸਕਦੀ ਹੈ। ਅਕਲ ਹੈ ਨਾ, ਉਹਨੇ ਅਕਲ ਨੂੰ ਐਵੇਂ ਵਰਤਿਆ, ਉਹਦੇ ਅੰਦਰ ਇਹੋ ਜਿਹਾ ਪ੍ਰਕਾਸ਼ ਹੋਇਆ, ਗਿਆਨ ਹੋਇਆ, ਉਹਨੇ ਅੰਗੂਰਾਂ ਦੀ ਦਵਾਈ ਬਣਾ ਦਿੱਤੀ। ਤੇ ਦੂਜੇ ਬੰਦੇ ਨੇ ਅਕਲ ਨੂੰ ਵਰਤਿਆ, ਉਹਨੇ ਅੰਗੂਰਾਂ ਨੂੰ ਟਰਕਾ ਦਿੱਤਾ ਤੇ ਉਹਨੇ ਸ਼ਰਾਬ ਬਣਾ ਲਈ। ਤੇ ਦਵਾਈ ਨੇ ਸਾਨੂੰ ਸਿਹਤ ਦਿੱਤੀ, ਤੇ ਉਸੇ ਅੰਗੂਰਾਂ ਦੀ ਸ਼ਰਾਬ ਨੇ ਸਾਡੀਆਂ ਕਿਡਨੀਆਂ ਤੇ ਲੀਵਰ ਖਰਾਬ ਕਰ ਦਿੱਤੇ। ਅਕਲ ਹੈ ਨਾ, ਹੁਣ ਜਿਵੇਂ ਅਸੀਂ ਯੂਜ਼ ਕਰਾਂਗੇ। ਇੱਕ ਬੰਦਾ ਘਰ ਦੇ ਅੰਦਰ ਅਕਲ ਦੀ ਵਰਤੋਂ ਕਰਦਾ ਹੈ ਕਿ ਮੈਂ ਆਪਣੇ ਬੱਚਿਆਂ ਨਾਲ, ਪਤਨੀ ਨਾਲ, ਨੂੰਹ ਨਾਲ, ਸੱਸ ਨਾਲ ਜਾਂ ਮਾਂ-ਬਾਪ ਨਾਲ, ਜਿਹੜੇ ਵੀ ਰਿਸ਼ਤੇ ਨੇ, ਪਿਆਰ ਦੇ ਨਾਲ ਰਹਿਣਾ ਹੈ। ਹਰ ਹਾਲ ਮੈਂ ਸ਼ਾਂਤੀ ਬਣਾ ਕੇ ਰੱਖਣੀ ਹੈ। ਇੱਕ ਤੇ ਬੰਦਾ ਅਕਲ ਦੀ ਵਰਤੋਂ ਐਵੇਂ ਕਰਦਾ ਹੈ, ਤੇ ਦੂਜਾ ਬੰਦਾ ਆਪਣੇ ਅਕਲ ਦੀ ਵਰਤੋਂ ਐਵੇਂ ਕਰਦਾ ਹੈ ਕਿ ਮੈਂ ਇਹਨਾਂ ਨੂੰ ਸੂਲੀ ਤੇ ਟੰਗ ਕੇ ਰੱਖਣਾ। ਉਹ ਸੂਲੀ ਤੇ ਟੰਗ ਦਿੰਦਾ, ਸਾਰੇ ਟੱਬਰ ਨੂੰ ਟੰਗ ਦਿੰਦਾ, ਇੱਕ ਇੱਕ ਬੰਦਾ ਟੰਗ ਦਿੰਦਾ, ਇੱਕ ਇੱਕ ਬੰਦਾ ਘਰ ਨੂੰ ਆਬਾਦ ਕਰ ਦਿੰਦਾ, ਇੱਕ ਬੰਦਾ ਬਰਬਾਦ ਕਰ ਦਿੰਦਾ। ਹੁਣ ਡਿਪੈਂਡ ਹੈ ਕਿ ਕੋਈ ਬੰਦਾ ਅਕਲ ਦੀ ਵਰਤੋਂ ਕਿਵੇਂ ਕਰੇਗਾ, ਗਿਆਨ ਦੀ ਵਰਤੋਂ ਕਿਵੇਂ ਕਰੇਗਾ, ਇਹਦੇ ਤੇ ਡਿਪੈਂਡ ਕਰੇਗਾ। ਕੋਈ ਬੰਦਾ ਹੈ, ਸੋਚਦਾ ਹੈ ਕਿ ਮੈਂ ਸਮਾਜ ਨੂੰ ਸੁਖੀ ਔਰ ਸ਼ਾਂਤ ਕਰਨ ਵਾਸਤੇ ਯਤਨ ਕਰਨਾ ਹੈ। ਦੂਜਾ ਬੰਦਾ ਸੋਚਦਾ ਹੈ ਕਿ ਮੈਂ ਸਮਾਜ ਨੂੰ ਸੂਲੀ ਤੇ ਟੰਗਣਾ ਹੈ। ਇੱਕ ਆਫੀਸਰ ਹੈ, ਉਹ ਕਹਿੰਦਾ ਹੈ ਮੈਂ ਇਮਾਨਦਾਰੀ ਨਾਲ ਕੰਮ ਕਰਨਾ ਹੈ ਤੇ ਮੈਂ ਰਿਸ਼ਵਤਖੋਰੀ ਖਤਮ ਕਰਨੀ ਹੈ, ਹਰ ਇੱਕ ਦਾ ਹੱਕ ਹਰ ਇੱਕ ਨੂੰ ਦੇਣਾ ਹੈ। ਪਰ ਉਸੇ ਪਦਵੀ ਤੇ ਦੂਜਾ ਆਫੀਸਰ ਸੋਚਦਾ ਹੈ ਕਿ ਮੈਂ ਰਿਸ਼ਵਤ ਵੀ ਲੈਣੀ ਹੈ ਤੇ ਮੈਂ
2 ਨੰਬਰ ਦੇ ਧੰਦੇ ਵੀ ਕਰਾਣੇ ਨੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਹੁਣ ਅਕਲ ਹੈ ਨਾ ਵੀ ਕੌਣ ਕਿਵੇਂ ਵਰਤੋਂ ਕਰੇਗਾ। ਮੈਂ ਅਕਲ ਦੀ ਵਰਤੋਂ ਕਰ ਸਕਦਾ ਕਿ ਤੁਹਾਡੇ ਵੀਰਾਂ ਭੈਣਾਂ ਦੇ ਨਾਲ ਮੈਂ ਪਿਆਰ ਦੇ ਨਾਲ ਰਹਾਂ, ਤੁਹਾਡੇ ਸੁੱਖ ਦੁੱਖ ਦੇ ਵਿੱਚ ਸ਼ਾਮਲ ਹੋਵਾਂ, ਜਿੰਨੀ ਮੈਂ ਹੈਲਪ ਕਰ ਸਕਣਾ ਤੁਹਾਡੀ ਹੈਲਪ ਕਰਾਂ। ਤੇ ਮੈਂ ਅਕਲ ਦੀ ਵਰਤੋਂ ਐਵੇਂ ਵੀ ਕਰ ਸਕਣਾ ਆਪਣੀ ਦੀ ਕਿ ਮੈਂ ਤੁਹਾਡੇ ਨਾਲ ਈਰਖਾ ਕਰਾਂ, ਤੁਹਾਡਾ ਨੁਕਸਾਨ ਕਰਾਂ। ਅਕਲ ਹੈ ਨਾ ਕਿਵੇਂ ਕਿਵੇਂ ਮੈਂ ਆਪਣੇ ਦਿਮਾਗ ਨੂੰ ਵਰਤਾਂਗਾ, ਉਵੇਂ ਦਾ ਗਿਆਨ, ਉਵੇਂ ਦਾ ਪ੍ਰਕਾਸ਼, ਉਵੇਂ ਦੇ ਰਾਸਤੇ ਖੁੱਲਦੇ ਜਾਣਗੇ। ਤੇ ਜਿਵੇਂ ਦੀ ਮੈਂ ਵਰਤੋਂ ਕਰਾਂਗਾ, ਜਿਵੇਂ ਦੇ ਕਰਮ ਕਰਾਂਗਾ, ਫਿਰ ਫਲ ਵੀ ਉਹਨਾਂ ਦਾ ਉਹੀ ਮਿਲੇਗਾ। ਮੈਂ ਆਪਣੇ ਦਿਮਾਗ ਦੀ ਵਰਤੋਂ ਕੀਤੀ ਕਿ ਮੈਂ ਕਿੱਕਰ ਬੀਜਦੇ ਆ, ਤਾਂ ਫਿਰ ਕਿੱਕਰ ਉੱਗਣਗੇ, ਤਾਂ ਕਿੱਕਰਾਂ ਦੀ ਲੱਕੜ ਮਿਲੇਗੀ, ਕੰਡੇ ਮਿਲਣਗੇ, ਜੋ ਵੀ ਉਹਨਾਂ ਦਾ ਵਰਤੋਂ ਹੈ ਉਹ ਹੋਏਗੀ। ਤੇ ਜੇ ਮੈਂ ਅਕਲ ਦੀ ਵਰਤੋਂ ਅੰਗੂਰ ਬੀਜਣ ਵਾਸਤੇ ਕੀਤੀ ਤਾਂ ਅੰਗੂਰ ਮਿਲਣਗੇ, ਫਲ ਮਿਲੇਗਾ ਜ਼ਰੂਰ। ਫਲ ਤਾਂ ਮੇਰੀ ਅਕਲ ਮੁਤਾਬਕ ਮਿਲੇਗਾ ਨਾ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼, ਰੱਬ ਸਭ ਕੁਛ ਕਰਨ ਵਾਲਾ ਹੈ। ਤੇ ਅਵਿਨਾਸ਼ ਦਾ ਮਤਲਬ ਅਵਿਨਾਸ਼ੀ ਹੈ, ਉਹਨੇ ਕਦੇ ਖਤਮ ਨਹੀਂ ਹੋਣਾ, ਹੋਂਦ ਵਾਲਾ ਹੈ, ਸदैव ਹੈ ਉਹ, ਉਹਨੇ ਕਦੇ ਖਤਮ ਨਹੀਂ ਹੋਣਾ, ਹੋਂਦ ਵਾਲਾ ਹੈ ਔਰ ਕਰਤਾ ਹੈ। ਤੇ ਇਸ ਗੱਲ ਨੂੰ ਸਮਝ ਲੈਣਾ, ਰੱਬ ਕਰਤਾ ਹੈ, ਉਹ ਕਦੇ ਵਿਹਲਾ ਨਹੀਂ ਹੈ। ਰਾਤ ਰਹਿਓ ਰਚਨਾ ਪ੍ਰਭ ਆਪਣੀ। ਤੇ ਜੇ ਰੱਬ ਕਰਤਾ ਹੈ ਤੇ ਰੱਬ ਫੈਲਿਆ ਹੋਇਆ ਹੈ ਅਨੇਕਾਂ ਲਹਿਰਾਂ ਦੇ ਵਿੱਚ, ਤਾਂ ਫਿਰ ਅਸੀਂ ਵੀ ਕਰਤੇ ਬਣਨਾ ਹੈ ਨਾ, ਅਸੀਂ ਵੀ ਕਿਰਤ ਕਰਨੀ ਹੈ। ਤੇ ਰੱਬ ਹਰ ਵਕਤ ਨਵੀਂ ਕਿਰਤ ਕਰ ਰਿਹਾ ਹੈ, ਸਾਹਿਬ ਮੇਰਾ ਨੀਤ ਨਵਾਂ। ਅਸੀਂ ਵੀ ਕੁਛ ਨਵਾਂ ਕਰਨਾ ਹੈ ਔਰ ਚੰਗਾ ਕਰਨਾ ਹੈ, ਆਪਣੇ ਜੀਵਨ ਵਿੱਚ ਹਰ ਰੋਜ਼ ਵਿਕਾਸ ਕਰਨਾ ਹੈ, ਕੁਛ ਨਵਾਂ ਗੁਣ ਸਿੱਖਣਾ ਹੈ। ਨਵਾਂ ਗੁਣ, ਅੱਜ ਸਾਡੀ ਬੋਲ ਚਾਲ ਚੰਗੀ ਰਹੀ, ਕੱਲ ਨੂੰ ਇਹਨੂੰ ਹੋਰ ਚੰਗੀ ਬਣਾਉਣਾ ਹੈ। ਅੱਜ ਅਸੀਂ ਘਰ ਵਿੱਚ ਪਿਆਰ ਨਾਲ ਰਹੇ, ਕੱਲ ਨੂੰ ਹੋਰ ਪਿਆਰ ਨਾਲ ਰਹਿਣਾ ਹੈ। ਅੱਜ ਆਚਰਨ ਚੰਗਾ ਰਿਹਾ, ਕੱਲ ਨੂੰ ਹੋਰ ਆਚਰਨ ਚੰਗਾ ਰੱਖਣਾ ਹੈ। ਅੱਜ ਸਾਡਾ ਨਜ਼ਰੀਆ ਬੜਾ ਚੰਗਾ ਸੀ, ਕੱਲ ਨੂੰ ਨਜ਼ਰ ਨੂੰ ਹੋਰ ਚੰਗੀ ਬਣਾਉਣਾ ਹੈ। ਅੱਜ ਸਾਫ਼ ਸਫਾਈ ਸੀ, ਕੱਲ ਨੂੰ ਹੋਰ ਸਾਫ਼ ਸਫਾਈ ਰੱਖਣੀ ਹੈ। ਰੋਟੀ ਪਾਣੀ ਅੱਜ ਬੜਾ ਸਵਾਦ ਬਣਾਇਆ, ਕੱਲ ਨੂੰ ਹੋਰ ਸਵਾਦ ਬਣਾਉਣਾ ਹੈ। ਕਹਿਣ ਤੋਂ ਭਾਵ ਕਿ ਹਰ ਰੋਜ਼ ਵਿਕਾਸ ਕਰਨਾ ਹੈ। ਕਰਤਾ ਹੈ ਰੱਬ, ਅਬਿਨਾਸ਼ੀ ਹੈ ਰੱਬ। ਜਿਹੋ ਜੀ ਮੱਤ ਦਿੰਦਾ ਹੈ ਉਹੋ ਜਿਹਾ ਪ੍ਰਕਾਸ਼ ਹੋ ਜਾਂਦਾ ਹੈ। ਸਦਾ 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 ਦਇਆਲ। ਦਇਆਲ ਦੋ ਸ਼ਬਦਾਂ ਤੋਂ ਬਣਿਆ ਹੈ, ਦਇਆ ਪਲਸ ਆਲਿਆ। ਆਲਿਆ ਦਾ ਮਤਲਬ ਹੁੰਦਾ ਹੈ ਘਰ, ਦਇਆ ਦਾ ਮਤਲਬ ਦਇਆ। ਰੱਬ ਮਿਹਰ ਦਾ ਘਰ ਹੈ, ਮਿਹਰ ਦਾ ਸਾਗਰ, ਮਿਹਰ ਕਰਨ ਵਾਲਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਰੱਬ ਕੌਣ ਹੈ? ਦਇਆਲੂ ਹੈ। ਉਹ ਦਇਆ ਹੈ ਉਹਦੇ ਘਰ ਵਿੱਚ, ਉਹਦੇ ਘਰ ਵਿੱਚ ਕਹਿਰ ਹੈ ਹੀ ਨਹੀਂ, ਕਠੋਰਤਾ ਹੈ ਹੀ ਨਹੀਂ। ਰੱਬ ਦੇ ਘਰ ਵਿੱਚ ਹੈ ਹੀ ਦਇਆ। ਉਥੋਂ ਦਇਆ ਤੋਂ ਬਿਨਾਂ ਤੁਹਾਨੂੰ ਕੁਝ ਨਹੀਂ ਮਿਲ ਸਕਦਾ, ਦਇਆ ਹੀ ਮਿਲੇਗੀ, ਦਇਆ ਹੀ ਮਿਲੇਗੀ, ਕਿਉਂਕਿ ਹੈ ਹੀ ਦਇਆਲੂ ਹੈ ਨਾ, ਦਇਆ ਹੀ ਕਰਦਾ ਹੈ। ਔਰ ਇਹ ਸਾਰਾ ਜਗਤ ਉਸ ਰੱਬ ਦੀ ਦਇਆ ਹੈ। ਚਾਹੇ ਧਰਤੀ ਹੈ, ਚੰद्रमा ਹੈ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ, ਖੰਡ ਮੰਡਲ, ਬ੍ਰਹਿਮੰਡ, ਇਹ ਯੂਨੀਵਰਸ, ਇਹ ਸਭ ਰੱਬ ਦੀ ਦਇਆ ਹੀ ਤੇ ਹੈ। ਅਨੇਕਾਂ ਕਿਸਮ ਦਾ ਅਨਾਜ, ਫਲ ਫੁੱਲ, ਨਦੀਆਂ, ਨਾਲੇ, ਦਰਿਆ, ਝੀਲਾਂ, ਪਹਾੜ, ਵਨਸਪਤੀ, ਮਨੁੱਖ ਮਾਤਰ, ਇਹ ਸਾਰਾ ਕੁਛ ਰੱਬ ਦੀ ਦਇਆ ਹੀ ਤੇ ਹੈ। ਰੱਬ ਦੀ ਦਇਆ ਹੀ ਤੇ ਹੈ। ਉਹਨੇ ਸਾਡੇ ਅੰਦਰ ਗੁਣ ਪਾਏ ਨੇ, ਉਹਨੇ ਸਾਨੂੰ ਇਨਸਾਨ ਬਣਾਇਆ ਹੈ, ਇਨਸਾਨੀਅਤ ਦਿੱਤੀ ਹੈ। ਪਰ ਜੇ ਹੁਣ ਇਸ ਦਇਆ ਨੂੰ ਕੋਈ ਵਰਤੇ ਹੀ ਨਾ, ਇਸ ਦਇਆ ਨੂੰ ਵਰਤੇ ਨਾ, ਤੇ ਇਸ ਦਇਆ ਨੂੰ ਲਾ ਲਾ ਕੇ ਪਰਾਂ ਸੁੱਟੇ ਵੀ ਮਗਰੋਂ ਲੋ ਦਇਆ, ਦਇਆ ਮੈਨੂੰ ਚਾਹੀਦੀ ਨਹੀਂ, ਤੇ ਫਿਰ ਬੰਦੇ ਦਾ ਕਸੂਰ ਆਪਣਾ ਹੈ ਨਾ। ਰੱਬ ਨੇ ਸਾਨੂੰ ਇਨਸਾਨ ਬਣਾਇਆ, ਦਇਆ ਕੀਤੀ ਨਾ। ਤੇ ਜੇ ਹੁਣ ਅਸੀਂ ਇਨਸਾਨੀਅਤ ਵਾਲੀ ਜ਼ਿੰਦਗੀ ਨਾ ਜੀਵੀਏ, ਅਸੀਂ ਰੱਬ ਦੀ ਦਇਆ ਨੂੰ ਪ੍ਰਵਾਨ ਨਾ ਕਰੀਏ ਕਿ ਸਾਨੂੰ ਨਹੀਂ ਇਨਸਾਨੀਅਤ ਚਾਹੀਦੀ, ਬਣਾ ਤੇ ਤੂੰ ਦਿੱਤਾ ਹੈ, ਪਰ ਅਸੀਂ ਇਨਸਾਨ ਬਣ ਕੇ ਜੀਣਾ ਨਹੀਂ, ਲੋਕ ਨਹੀਂ ਜੀਂਦੇ। ਅਸੀਂ ਕਹੀਏ ਕਿ ਰੱਬਾ ਤੂੰ ਤੇ ਦਇਆ ਕਰਕੇ ਸਾਨੂੰ ਸੱਚਾ ਬਣਾਇਆ ਸੀ, ਪਰ ਅਸੀਂ ਸੱਚ ਦੇ ਨੇੜੇ ਨਹੀਂ ਜਾਣਾ, ਅਸੀਂ ਸਾਰੀ ਜ਼ਿੰਦਗੀ ਝੂਠ ਹੀ ਬੋਲਣਾ। ਹੇ ਰੱਬਾ ਤੂੰ ਤੇ ਦਇਆ ਕਰਕੇ ਸਾਡੇ ਅੰਦਰ ਪ੍ਰੇਮ ਪਾਇਆ ਸੀ, ਪਰ ਸਾਨੂੰ ਇਹ ਤੇਰੀ ਦਇਆ ਨਹੀਂ ਚਾਹੀਦੀ, ਅਸੀਂ ਤੇ ਵੈਰ ਹੀ ਕਮਾਣਾ ਹੈ, ਈਰਖਾ ਦਵੇਸ਼ ਹੀ ਕਰਨੀ। ਸਾਨੂੰ ਤੇ ਤੂੰ ਉੱਚੇ ਆਚਰਨ ਵਾਲਾ ਗੁਣ ਦਿੱਤਾ ਸੀ, ਪਰ ਰੱਬਾ ਸਾਨੂੰ ਤੇਰੀ ਇਹ ਦਇਆ ਨਹੀਂ ਚਾਹੀਦੀ, ਅਸੀਂ ਤੇ ਆਚਰਨਹੀਣ ਹੀ ਹੋਣਾ ਹੈ। ਤਾਂ ਰੱਬ ਇਹਦੇ ਵਿੱਚ ਕੀ ਕਰ ਸਕਦਾ?
ਰੱਬ ਤੇ ਦਇਆ ਦਾ ਘਰ ਹੈ, ਗੁਰੂ ਤੇ ਦਇਆ ਦਾ ਸਾਗਰ ਹੈ, ਗੁਰੂ ਤੇ ਸੁੱਖਾਂ ਦਾ ਸਾਗਰ ਹੈ। ਗੁਰੂ ਜੀ ਤੇ ਸਾਨੂੰ ਸਾਰਿਆਂ ਨੂੰ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਤੇ ਜੇ ਅਸੀਂ ਆਪ ਹੀ ਕਹਿ ਦਈਏ ਕਿ ਨਾ ਪਾਤਸ਼ਾਹ ਅਸੀਂ ਨਹੀਂ ਗਾਣੀ ਬਾਣੀ, ਅਸੀਂ ਬਾਣੀ ਤੇ ਅਮਲ ਕਰਨਾ ਹੀ ਨਹੀਂ। ਹੁਣ ਗੁਰੂ ਤੇ ਦਇਆ ਕਰ ਰਿਹਾ ਹੈ, ਗੁਰੂ ਤੇ ਆਵਾਜ਼ ਮਾਰਦਾ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਮੇਰੇ ਪਿਆਰੇ ਬੱਚਿਓ ਆਓ, ਮੇਰੀ ਗੋਦ ਵਿੱਚ ਬੈਠੋ, ਪਿਆਰ ਮਾਣੋ, ਬਾਣੀ ਪੜ੍ਹੋ, ਬਾਣੀ ਗਾਓ, ਬਾਣੀ ਅਨੁਸਾਰ ਜ਼ਿੰਦਗੀ ਜੀਓ, ਪਿਆਰ ਦੇ ਨਾਲ ਰਹੋ, ਸਾਰਿਆਂ ਦੇ ਵਿੱਚ ਇੱਕ ਰੱਬ ਨੂੰ ਵੇਖੋ। ਤੁਸੀਂ ਰੱਬ ਦਾ ਰੂਪ ਹੋ, ਤੁਸੀਂ ਮਹਾਨ ਹੋ, ਤੁਸੀਂ ਮਹਾਨ ਹੋ ਸਕਦੇ ਹੋ। ਗੁਰੂ ਤੇ ਇਹ ਕਹਿ ਤੇ ਅਸੀਂ ਕਵੀ ਸਾਨੂੰ ਤੇਰੀ ਇਹ ਦਇਆ ਚਾਹੀਦੀ ਨਹੀਂ, ਤਾਂ ਫਿਰ ਇਹਦੇ ਵਿੱਚ ਪ੍ਰੋਬਲਮ ਕਿਹਦੀ ਹੈ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ में चूक अंधे एक न लाग गई, जो बांस बजाइए फूक। ਤਾਂ ਸਦਾ 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 ਦਇਆਲ ਉਹ ਪ੍ਰਭੂ ਸਦਾ ਹੀ ਦਿਆਲੂ ਹੈ, ਹਰ ਪਲ, ਪਹਿਲਾਂ ਵੀ, ਬੀਤ ਗਏ ਸਮੇਂ ਵਿੱਚ ਵੀ, ਹੁਣ ਵੀ, ਆਉਣ ਵਾਲੇ ਸਮੇਂ ਵਿੱਚ ਵੀ ਉਹ ਹਮੇਸ਼ਾ 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 ਹੀ ਮਿਹਰਬਾਨ ਹੈ, ਰਹਿਮਤਾਂ ਕਰਦਾ ਹੈ। ਹੁਣ ਦੂਜੀ ਗੱਲ ਕਿ ਜੇ ਅਸੀਂ ਉਹਦੀ ਮਿਹਰ ਤੋਂ ਵਾਂਝੇ ਰਹਿ ਗਏ ਹਾਂ, ਜੇ ਮਿਹਰ ਤੋਂ ਵਾਂਝੇ ਰਹਿ ਗਏ ਹਾਂ, ਤਾਂ ਇਹਦਾ ਮਤਲਬ ਇਹ ਨਹੀਂ ਕਿ ਹੁਣ ਉਹ ਮਿਹਰ ਦਾ ਘਰ ਨਹੀਂ ਰਿਹਾ, ਉਹ ਹੁਣ ਵੀ ਮਿਹਰ ਦਾ ਘਰ ਹੈ। ਹੁਣ ਅਸੀਂ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਆ ਸਕਦੇ ਹਾਂ ਕਿ ਪਾਤਸ਼ਾਹ ਭੁੱਲ ਹੋ ਗਈ, ਅੱਜ ਤੋਂ ਲੈ ਕੇ ਮੈਂ ਤੇਰੀ ਇਸ ਮਿਹਰ ਦੀ ਵਰਤੋਂ ਕਰਾਂਗਾ, ਮੈਂ ਤੇਰੀ ਮਿਹਰ ਦਾ ਪਾਤਰ ਬਣਾਂਗਾ, ਮੈਂ ਤੇਰੇ ਦੱਸੇ ਰਾਹਾਂ ਤੇ ਚੱਲਾਂਗਾ। ਅੱਜ ਅਸੀਂ ਮਿਹਰ ਦੇ ਬਰਤਨ ਭਰ ਲਵਾਂਗੇ, ਅੱਜ ਸਾਡੇ ਭਾਗ ਮਣਾਮਈ ਹੋ ਜਾਣਗੇ। ਹੁਣ ਚੇਂਜ ਕਰ ਲਓ, ਜੇ ਮੇਰੀ ਜ਼ਿੰਦਗੀ ਵਿੱਚ ਕੋਈ ਕਮੀ ਪੇਸ਼ੀ ਹੈ ਤਾਂ ਮੈਂ ਹੁਣ ਚੇਂਜ ਕਰ ਲਵਾਂ। ਜੇ ਮੈਂ ਝੂਠ ਬੋਲਦਾ ਤਾਂ ਸੱਚ ਬੋਲਣਾ ਸ਼ੁਰੂ ਕਰ ਦੇਵਾਂ, ਜੇ ਮੈਂ ਈਰਖਾ ਕਰਦਾ ਤਾਂ ਮੈਂ ਪ੍ਰੇਮ ਨਾਲ ਰਹਿਣਾ ਸ਼ੁਰੂ ਕਰ ਦਿਆਂ। ਜੇ ਮੇਰੀ ਜ਼ਿੰਦਗੀ ਵਿੱਚ ਕਿਤੇ ਈਗੋ ਹੰਕਾਰ ਹੈ ਤਾਂ ਮੈਂ ਈਗੋ ਹੰਕਾਰ ਛੱਡ ਦਿਆਂ, ਨਿਮਰਤਾ ਦੇ ਨਾਲ ਜੀ ਲਵਾਂ। ਮੈਂ ਆਪਣੇ ਬੱਚਿਆਂ ਨਾਲ, ਜੇ ਮੇਰੀ ਗਲਤੀ ਕੋਈ ਹੋਈ ਹੈ ਤਾਂ ਮੈਂ ਆਪਣੇ ਬੱਚਿਆਂ ਤੋਂ ਮੁਆਫੀ ਮੰਗ ਲਵਾਂ। ਤੁਹਾਡੇ ਭੈਣਾਂ ਵੀਰਾਂ ਨਾਲ ਵਰਤਦਿਆਂ ਕੋਈ ਗਲਤੀ ਹੋ ਗਈ ਤਾਂ ਮੈਂ ਮੁਆਫੀ ਮੰਗ ਲਵਾਂ। ਕੀ ਫਰਕ ਪੈਂਦਾ? ਨਿਮਰਤਾ ਨਾਲ ਕੀ ਫਰਕ ਪੈਂਦਾ? ਥੋੜਾ ਜਿਹਾ ਨੀਵਾਂ ਹੋਣ ਨਾਲ ਮੇਰੀਆਂ ਗਲਤੀਆਂ ਸੁਧਰਦੀਆਂ ਨੇ, ਮੇਰਾ ਤੁਹਾਡਾ ਸੁਭਾਅ, ਮੇਰਾ ਤੁਹਾਡਾ ਸੰਬੰਧ ਚੰਗਾ ਪਿਆਰਾ ਬਣਦਾ ਤਾਂ ਮੈਨੂੰ ਝੁਕ ਜਾਣਾ ਚਾਹੀਦਾ ਨਾ, ਮੈਨੂੰ ਕਿਰਪਾ ਲੈ ਲੈਣੀ ਚਾਹੀਦੀ ਹੈ, ਕਿਰਪਾ ਦੇ ਪਾਤਰ ਬਣ ਜਾਣਾ ਚਾਹੀਦਾ ਹੈ, ਸੁਧਾਰ ਲੈਣਾ ਚਾਹੀਦਾ ਹੈ ਆਪਣੇ ਆਪ ਨੂੰ, ਕਿਉਂਕਿ ਉਹ ਹੁਣ ਵੀ ਦਇਆਵਾਨ ਹੈ, ਆਉਣ ਵਾਲੇ ਸਮੇਂ ਵਿੱਚ ਵੀ ਦਇਆਵਾਨ ਰਹੇਗਾ। ਸਿਮਰ ਸਿਮਰ ਨਾਨਕ ਭਏ ਨਿਹਾਲ। ਸਿਮਰ ਸਿਮਰ ਦਾ ਮਤਲਬ ਯਾਦ ਕਰ ਕਰਕੇ, ਭੈ ਨਿਹਾਲ ਦਾ ਮਤਲਬ ਨਿਹਾਲ ਹੋ ਜਾਂਦੇ ਨੇ। ਜਿਹੜੇ ਜੀਵ ਉਹਨੂੰ ਸਿਮਰਦੇ ਨੇ, ਯਾਨੀ ਯਾਦ ਰੱਖਦੇ ਨੇ, ਉਹਦੀ ਰਜ਼ਾ ਵਿੱਚ ਤੁਰਦੇ ਨੇ। ਜਿਹੜੇ ਯਾਦ ਰੱਖਦੇ ਨੇ ਨਾ, ਜਿਨ੍ਹਾਂ ਦੀ ਯਾਦ ਵਿੱਚ ਰੱਬ ਹੈ, ਯਾਦ ਵਿੱਚ ਰੱਬੀ ਗੁਣ ਨੇ, ਉਹ ਨਿਹਾਲ ਹੋ ਜਾਂਦੇ ਨੇ, ਫੁੱਲਾਂ ਦੀ ਤਰ੍ਹਾਂ ਉਹ ਖਿੜੇ ਰਹਿੰਦੇ ਨੇ। ਉਹਨਾਂ ਦੇ ਜੀਵਨ ਵਿੱਚ ਚੜ੍ਹਦੀ ਕਲਾ ਹੈ, ਉਹਨਾਂ ਦੇ ਜੀਵਨ ਵਿੱਚ ਸੁੱਖ ਹੈ, ਸ਼ਾਂਤੀ ਹੈ। ਸਰੀਰ ਕਰਕੇ, ਮਨ ਕਰਕੇ, ਬੁੱਧ ਕਰਕੇ ਬਿਲਕੁਲ ਸੁਖੀ ਨੇ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਉਹ ਨਿਹਾਲ ਨੇ, ਆਨੰਦਿਤ ਨੇ, ਖੁਸ਼ ਨੇ, ਪ੍ਰਸੰਨ ਨੇ। ਕੌਣ? ਜਿਨ੍ਹਾਂ ਨੂੰ ਰੱਬ ਯਾਦ ਹੈ, ਜਿਨ੍ਹਾਂ ਦੀ ਯਾਦ ਵਿੱਚ ਰੱਬ ਦੇ ਗੁਣ ਨੇ, ਜੋ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਂਦੇ ਨੇ, ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਉਹ ਇਨਸਾਨ ਹਮੇਸ਼ਾ ਖੁਸ਼ ਨੇ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਹਮੇਸ਼ਾ ਪ੍ਰਸੰਨਤਾ ਹੈ, ਖੁਸ਼ੀਆਂ ਨੇ, ਖੇੜੇ ਨੇ, ਆਨੰਦ ਨੇ, ਮੰਗਲ ਹੈ, ਵਿਗਾਸਤਾ ਹੈ, ਪੋਜ਼ਿਟਿਵ ਥਿੰਕਿੰਗ ਹੈ, ਸਕਾਰਾਤਮਕ ਸੋਚ ਹੈ, ਉਹਨਾਂ ਦੇ ਅੰਦਰ ਵਿਲ ਪਾਵਰ ਹੈ। ਉਹ ਜੀਵਨ ਦੇ ਸਹੀ ਰਾਸਤੇ ਤੇ ਜਾ ਰਹੇ ਨੇ, ਉਹ ਸਫਲਤਾ ਹਾਸਲ ਕਰਦੇ ਨੇ। ਉਹ ਲੋਕ ਆਪਣੀਆਂ ਚਿੰਤਾਵਾਂ ਨੂੰ ਖੁਸ਼ੀਆਂ ਵਿੱਚ ਬਦਲ ਲੈਂਦੇ ਨੇ, ਉਹ ਆਪਣੀਆਂ ਹਾਰਾਂ ਨੂੰ ਜਿੱਤਾਂ ਵਿੱਚ ਤਬਦੀਲ ਕਰ ਲੈਂਦੇ ਨੇ, ਉਹ ਆਪਣੇ ਵਿਗੜੇ ਹੋਏ ਸੰਬੰਧਾਂ ਨੂੰ ਮਿੱਠਾ ਬਣਾ ਲੈਂਦੇ ਨੇ, ਉਹ ਆਪਣੀ ਡਿੱਗੀ ਹੋਈ ਨੀਵੀਂ ਸੋਚ ਨੂੰ ਉੱਚੀ ਕਰ ਲੈਂਦੇ ਨੇ। ਕੌਣ? ਜਿਹੜੇ ਰੱਬੀ ਗੁਣਾਂ ਨੂੰ ਯਾਦ ਰੱਖਦੇ ਨੇ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਤੇ ਅਮਲ ਕਰੀਏ, ਤਾਂ ਸਾਡਾ ਇਹ ਜੀਵਨ ਬੜਾ ਸੌਖਾ ਹੋ ਸਕਦਾ ਹੈ। ਤਾਂ ਜਿਵੇਂ ਅੱਜ ਅਸੀਂ ਜੀਵਨ ਮੁਕਤ ਬਾਰੇ ਪੜ੍ਹਿਆ ਹੈ, ਤਾਂ ਦੇਖੋ ਕਿੰਨਾ ਕੁਝ ਸਪਸ਼ਟ ਹੋ ਗਿਆ ਨਾ, ਕਿ ਮਰਨ ਤੋਂ ਬਾਅਦ ਮੁਕਤੀ ਨਹੀਂ, ਮੁਕਤੀ ਜਿਉਂਦਿਆਂ ਹੈ। ਜੈਸੇ ਕਰਮ ਕਰੋਗੇ ਵੈਸਾ ਨਾਮ ਹੋ ਜਾਏਗਾ। ਜੇ ਉਹਦੇ ਗੁਣਾਂ ਨੂੰ ਯਾਦ ਰੱਖੋਗੇ, ਰੱਬੀ ਰਜ਼ਾ ਵਿੱਚ ਤੁਰੋਗੇ, ਨਿਹਾਲ ਹੋ ਜਾਓਗੇ।
ਰੱਬ ਹਮੇਸ਼ਾ ਦਇਆਵਾਨ ਹੈ। ਉਹਨੇ ਹਮੇਸ਼ਾ ਹੀ ਦਇਆ ਕੀਤੀ ਹੈ, ਹੁਣ ਵੀ ਕਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਕਰੇਗਾ। ਅਸੀਂ ਆਪ ਉਹਦੀ ਦਇਆ ਤੋਂ ਵਾਂਝੇ ਰਹਿ ਜਾਂਦੇ ਹਾਂ ਜਦੋਂ ਉਹਦੇ ਹੁਕਮ ਵਿੱਚ ਨਹੀਂ ਤੁਰਦੇ। ਗੁਰੂ ਸਦਾ ਦਇਆਵਾਨ ਹੈ। ਅਸੀਂ ਆਪ ਗੁਰੂ ਦੀ ਦਇਆ ਨੂੰ ਇਨਕਾਰ ਕਰ ਦਿੰਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀਣੀ। ਤਾਂ ਗੁਰੂ ਜੀ ਰਹਿਮਤ ਕਰਨ, ਅਸੀਂ ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ, ਗਾ ਕੇ ਔਰ ਅਰਥ ਭਾਵਾਂ ਨੂੰ ਸਮਝ ਕੇ ਅਮਲ ਕਰੀਏ। ਆਪਣੇ ਜੀਵਨ ਨੂੰ, ਪਰਿਵਾਰਕ ਜੀਵਨ ਨੂੰ, ਇਸ ਸਮਾਜ ਔਰ ਸੰਸਾਰ ਨੂੰ ਸਵਰਗ ਦੇ ਅੰਦਰ ਬਦਲਣ ਦਾ ਯੋਗਦਾਨ ਪਾਈਏ ਔਰ ਗੁਰੂ ਜੀ ਦੇ ਉਸ ਸੁਪਨੇ ਨੂੰ ਸਾਕਾਰ ਕਰੀਏ ਜੋ ਇਸ ਸੰਸਾਰ ਨੂੰ ਪਾਪਾਂ ਤੋਂ ਮੁਕਤ ਵੇਖਣਾ ਚਾਹੁੰਦੇ ਨੇ, ਜੋ ਇਸ ਸੰਸਾਰ ਨੂੰ ਬੇਗਮਪੁਰੇ ਦੇ ਰੂਪ ਵਿੱਚ ਤੱਕਣਾ ਚਾਹੁੰਦੇ ਨੇ। ਹੋਈਆਂ ਭੁੱਲਾਂ ਦੀ ਖਿਮਾ ਜੋ ਅੱਜ ਅਸੀਂ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ। ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਆਪਣੇ ਵਿਊਜ਼ ਦੇ ਸਕਦਾ ਹੈ। ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ ਕਲਾਸ ਦੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਹੈ, ਜੇ ਤੁਸੀਂ ਕੋਈ ਅੱਜ ਦੀ ਕਥਾ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ ਜੀ, ਤੁਸੀਂ ਅਨਮਿਊਟ ਹੋ ਕੇ ਤੇ ਤੁਸੀਂ ਗੱਲਬਾਤ ਪੁੱਛ ਸਕਦੇ, ਦੱਸ ਸਕਦੇ ਆ। ਆਪਣੀ ਕੋਈ ਵਿਊ ਦੇਣੀ ਹੋਵੇ ਤਾਂ ਉਹ ਵੀ ਕਰ ਸਕਦੇ ਆ। ਤੇ ਸਾਡੇ ਨਾਲ ਸੁਰਿੰਦਰ ਕੌਰ ਜੀ ਅਨਮਿਊਟ ਹੋਏ ਆ ਜੀ। ਮੈਂ ਹੋਰਨਾਂ ਨੂੰ ਵੀ ਬੇਨਤੀ ਕਰਦਾ, ਜਿਹਨੇ ਕਰਨਾ ਤਾਂ ਹੁਣੇ ਕਰ ਲਿਓ ਜੀ, ਨਹੀਂ ਤਾਂ ਆਪਾਂ ਸਮਾਪਤੀ ਕਰ ਦੇਣੀ ਆ। ਤੇ ਸੁਰਿੰਦਰ ਕੌਰ ਜੀ ਤੁਸੀਂ ਗੱਲ ਕਰ ਲਓ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਫਤਿਹ ਮੇਰੀ ਭੈਣ। ਜੋ ਵਰਤਾਏ ਸਾਈ ਜੁਗਤ, ਇਹਦਾ ਮਤਲਬ ਦੱਸਿਓ ਗਿਆਨੀ ਜੀ। ਹਾਂ, ਜੋ ਵਰਤਾਏ ਦਾ ਮਤਲਬ ਕਿ ਜੋ ਰੱਬ ਵਰਤਾ ਰਿਹਾ ਹੈ, ਯਾਨੀ ਜੋ ਰੱਬ ਦਾ ਹੁਕਮ ਹੈ। ਰਜਾ ਵਰਤਾਏ ਦਾ ਮਤਲਬ ਜੋ ਰਜਾ ਹੈ। ਜੀ। ਸਾਈ ਜੁਗਤ ਦਾ ਮਤਲਬ, ਜੁਗਤ ਦਾ ਮਤਲਬ ਵੇ ਆਫ ਲਾਈਫ, ਜੀਵਨ ਦਾ ਢੰਗ। ਜੀ। ਰੱਬ ਦਾ ਜਿਹੜਾ ਪਿਆਰਾ ਜੀਵਨ ਮੁਕਤ ਹੈ, ਉਸੇ ਨੂੰ ਜੀਵਨ ਦਾ ਸਭ ਤੋਂ ਚੰਗਾ ਢੰਗ ਸਮਝਦਾ ਹੈ ਜੋ ਰੱਬ ਵਰਤਾਂਦਾ ਹੈ। ਯਾਨੀ ਰੱਬ ਦੀ ਰਜਾ ਵਿੱਚ ਤੁਰਨਾ ਹੀ ਸਭ ਤੋਂ ਚੰਗੀ ਜੀਵਨ ਜੁਗਤ। ਅੱਛਾ ਜੀ, ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ। ਧੰਨਵਾਦ ਜੀ ਸੁਰਿੰਦਰ ਕੌਰ ਜੀ। ਤੇ ਹੋਰ ਤਾਂ ਕੋਈ ਅਨਮਿਊਟ ਨਹੀਂ ਹੈਗਾ। ਮੈਂ ਇੰਨਾ ਕਹਿਣਾ ਚਾਹੁੰਦਾ ਕਿ ਆਵਾਜ਼ ਗਿਆਨੀ ਜੀ ਅੱਜ ਠੀਕ ਸੀਗੀ ਤੇ ਕੋਈ ਦਿੱਕਤ ਨਹੀਂ ਹੋਈ ਸਾਨੂੰ। ਤੇ ਕੱਲ ਨੂੰ ਵੀ ਮੈਂ ਤਾਂ ਭੇਜਦਾ ਰਹੂਗੀ ਜੀ। ਤੇ ਠੀਕ ਹੈ ਜੀ, ਆਪਾਂ ਇੱਥੇ ਸਮਾਪਤੀ ਕਰ ਦਿੰਦੇ ਹਾਂ ਤੇ ਕੱਲ ਨੂੰ ਆਪਾਂ ਫਿਰ ਕਿਸੇ ਟਾਈਮ ਤੇ ਮੁੜ ਕੇ ਆਵਾਂਗੇ ਜੀ, 1 ਵਜੇ ਇੰਗਲੈਂਡ ਦੇ UK ਦੇ ਟਾਈਮ ਦੇ ਮੁਤਾਬਕ। ਤੇ ਉੱਦਾਂ ਹੀ ਆਪਾਂ ਇਜਾਜ਼ਤਾਂ ਲੈ ਲਈਏ, ਛੁੱਟੀਆਂ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।